गौड़ी निंदो निंदो मोको लोग निंदो। निंदा जन को खरी प्यारी, निंदा बाप निंदा महतारी रहो। निंदा होए बैकुंठ जाइए, नाम पदार्थ मन है बसाइए। हृदय शुद्ध जो निंदा होए, हमरे कपरे तोय। निंदा करे सो हमरा मीत, निंदक माहे हमारा चीत। निंदक सो जो निंदा हो रहा, हमरा जीवन निंदक लोर। निंदा हमारी प्रेम प्यार, निंदा हमरा करे उधार। जन कबीर को निंदा सार, निंदक डूबा निंदक डूबा निंदक डूबा, हम उतरे पार। कबीर सब ते हम बुरे, हम तज भलो सब कोए। जिन्हें ऐसा कर बूझिया, मीत हमारा सोए। ज़हरा ज़हूर हाजरा हजूर, सर्व कला भरपूर समरथ गुरु। लोक परलोक दे रखियक भगत वशल ज्ञान दे सागर। गुरुआं भगतां भट्टां सिखां दी इलाही धुर की बाणी जोत। धन धन श्री गुरु ग्रंथ साहिब जी महाराज, जिन्हां दी पावन पवित्र हजूरी दे विच गोद दे विच सानू गुरु दे चरनां नाल जुड़न दा सुभागा समां जिहड़ा है वो प्राप्त होया। बहुत वार असीं सुनिया सुभागा समां जिहड़ा है वो भागां नाल बनदा है। भाग जिहड़े ने वो बख्शिश नाल बनदे ने। बख्शिश जिहड़ी है सत संगत राही हुंदी है। सत संगत जिहड़ी है ये भी कर्मा करके मिलती है। कर्म जिहड़े ने
ਉਹ ਸੋਚ ਕਰਕੇ ਬਣਦੇ ਨੇ। ਸੋਚ ਜਿਹੜੀ ਹੈ ਗੁਰਮਤ ਕਰਕੇ ਬਣਦੀ ਹੈ। ਗੁਰਮਤ ਜਿਹੜੀ ਹੈ ਉਹ ਗੁਰੂ ਤੋਂ ਮਿਲਦੀ ਹੈ। ਗੁਰੂ ਜਿਹੜਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ। ਸੋ ਇਸ ਤਰ੍ਹਾਂ ਲੜੀ। ਸੋ ਅਸੀਂ ਗੁਰੂ ਦੇ ਚਰਨਾਂ ਵਿੱਚ ਪਹੁੰਚੇ ਹਾਂ, ਬੱਚੇ ਹਾਂ ਗੁਰੂ ਦੇ। ਗੁਰੂ ਤੋਂ ਸਿੱਖਿਆ ਲੈਣੀ ਹੈ ਤੇ ਉਸ ਸਿੱਖਿਆ ਨੂੰ ਮੰਨਣਾ ਹੈ, ਉਹਦੇ ਤੇ ਚੱਲਣਾ, ਪੂਰੀ ਕੋਸ਼ਿਸ਼ ਕਰਨੀ ਹੈ। ਥੋੜਾ ਚੱਲਿਆ ਜਾਏ ਕੋਈ ਗੱਲ ਨਹੀਂ, ਹੌਲੀ ਹੌਲੀ ਜ਼ਿਆਦਾ ਚੱਲਿਆ ਜਾਏਗਾ। ਕੋਸ਼ਿਸ਼ ਕਰੇ ਵਾਲੇ ਗੁਰਮਤ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੇ, ਆਪੇ ਹੀ ਅੱਗੇ ਵਧਦਾ ਜਾਂਦਾ ਆਪਣੇ ਆਪ। ਸੋ ਇਸ ਲਈ ਗੁਰੂ ਸਾਹਿਬ ਮਿਹਰ ਕਰਨ, ਦਇਆ ਕਰਨ, ਆਪਣੀ ਮਿਹਰ ਬਖਸ਼ਿਸ਼ ਦੇ ਸਾਨੂੰ ਪਾਤਰ ਬਣਾ ਲੈਣ ਔਰ ਅਸੀਂ ਆਪਣਾ ਜੀਵਨ ਜਿਹੜਾ ਸਕੂਨ ਦੇ ਨਾਲ, ਸ਼ਾਂਤੀ ਦੇ ਨਾਲ, ਪ੍ਰੇਮ ਦੇ ਨਾਲ, ਭਾਵ ਦੇ ਨਾਲ, ਸਬਰ ਦੇ ਨਾਲ, ਸੰਤੋਖ ਦੇ ਨਾਲ ਆਪਣਾ ਜੀਵਨ ਗੁਜ਼ਾਰ ਸਕੀਏ। ਕਿਉਂਕਿ ਸਾਰੀ ਦੁਨੀਆ ਦਾ ਜੀਵਨ ਸਾਧ ਸੰਗਤ ਜੀ ਖੁਸ਼ੀ ਦੇ ਨਾਲ, ਸਬਰ ਸੰਤੋਖ ਦੇ ਨਾਲ ਤੇ ਸ਼ਾਂਤੀ ਦੇ ਨਾਲ ਬਤੀਤ ਨਹੀਂ ਹੁੰਦਾ। ਬਿਲਕੁਲ ਸਹੀ। ਸਾਰੀ ਦੁਨੀਆ ਖੁਸ਼ ਹੋ ਕੇ ਆਪਣਾ ਜੀਵਨ ਨਹੀਂ ਬਤੀਤ ਕਰ ਰਹੀ। ਬੋਝ ਹੇਠ ਦੱਬਿਆ ਹੋਇਆ, ਪਰੇਸ਼ਾਨੀ ਦੇ ਵਿੱਚ ਜਿਉਂਦਾ ਹੋਇਆ, ਚਿੰਤਾ ਦੇ ਵਿੱਚ ਪਿਆ ਹੋਇਆ ਇਨਸਾਨ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਸ ਨੂੰ ਜੀਵਨ ਨਹੀਂ ਕਹਿੰਦੇ, ਇਸ ਨੂੰ ਜੀਵਨ ਨਹੀਂ ਕਹਿੰਦੇ। ਜਿਸ ਜੀਵਨ ਦੇ ਵਿੱਚ ਸ਼ਾਂਤੀ ਨਹੀਂ, ਜਿਸ ਜੀਵਨ ਦੇ ਵਿੱਚ ਸਬਰ ਨਹੀਂ, ਜਿਸ ਜੀਵਨ ਦੇ ਵਿੱਚ ਵਾਹਿਗੁਰੂ ਦੇ ਦਰਸ਼ਨ ਨਹੀਂ, ਉਹ ਜੀਵਨ ਨਹੀਂ, ਉਹ ਨਰਕ ਹੁੰਦਾ ਹੈ। ਉਹ ਨਰਕ ਹੁੰਦਾ ਹੈ, ਉਹ ਜੀਵਨ ਨਹੀਂ ਹੁੰਦਾ। ਜਿੱਥੇ ਬਹਾਰ ਨਾ ਹੋਵੇ, ਜਿਸ ਬਗੀਚੀ ਵਿੱਚ ਫੁੱਲ ਨਾ ਹੋਣ, ਜਿਸ ਬਗੀਚੀ ਦਾ ਮਾਲੀ ਵੀ ਨਾ ਹੋਵੇ, ਉਹ ਬਾਗ ਨਹੀਂ ਹੁੰਦਾ। ਉਹ ਬਾਗ ਨਹੀਂ ਹੁੰਦਾ। ਇਸ ਲਈ ਜਿਸ ਜੀਵਨ ਦੇ ਵਿੱਚ ਗੁਰੂ ਨਾ ਹੋਵੇ, ਜਿਸ ਜੀਵਨ ਦੇ ਵਿੱਚ ਸ਼ੁਕਰਾਨਾ ਨਾ ਹੋਵੇ, ਜਿਸ ਜੀਵਨ ਵਿੱਚ ਬਾਣੀ ਤੇ ਬਾਣਾ ਨਾ ਹੋਵੇ, ਜਿਸ ਜੀਵਨ ਵਿੱਚ ਸੱਚ ਦਾ ਵਿਚਾਰ ਨਾ ਹੋਵੇ, ਜਿਸ ਜੀਵਨ ਵਿੱਚ ਪ੍ਰੇਮ ਸ਼ਰਧਾ ਭਰੋਸਾ ਨਾ ਹੋਵੇ, ਉਹ ਜੀਵਨ ਜਿਹੜਾ ਹੈ ਉਹ ਜੀਵਨ ਨਹੀਂ। ਉਹਨਾਂ ਨੂੰ ਪਸ਼ੂਆਂ ਦੇ ਸਮਾਨ ਬਾਣੀ ਵਿੱਚ ਲਿਖਿਆ, ਉਹਨਾਂ ਦਾ ਜੀਵਨ ਨਹੀਂ। ਸੋ ਇਸ ਕਰਕੇ ਜੀਵਨ ਜਿਹੜਾ ਹੈ ਉਹ ਗੁਰੂ ਤੋਂ ਮਿਲਦਾ ਹੈ। ਅਸੀਂ ਬੜੀ ਵਾਰ ਇਹ ਸੁਣਾ ਚੁੱਕੇ ਹਾਂ, ਜੀਵਨ ਸਾਡਾ ਗੁਰੂ ਤੋਂ ਮਿਲਦਾ ਹੈ। ਜੀਵਨ ਸਾਡਾ ਮਾਂ ਬਾਪ ਦੇ ਸੰਸਕਾਰਾਂ ਤੋਂ ਮਿਲਦਾ। ਜੀਵਨ ਆਪਣੇ ਆਪ ਨਹੀਂ ਬਣਦਾ। ਜੇ ਕੋਈ ਕਹੇ ਮੈਂ ਆਪਣੇ ਆਪ ਬਣਾ ਲਵਾਂ ਤੇ ਬੜਾ ਮੁਸ਼ਕਲ ਹੈ। ਰੋਟੀ ਵੀ ਆਪਣੇ ਆਪ ਨਹੀਂ ਬਣਦੀ ਭਾਈ, ਬਣਾਉਣੀ ਪੈਂਦੀ ਹੈ। ਰੋਟੀ ਵੀ ਆਪਣੇ ਆਪ ਉੱਡ ਕੇ ਮੂੰਹ ਵਿੱਚ ਨਹੀਂ ਪੈਂਦੀ। ਗੁਰਾਈ ਜਿਹੜੀ ਹੈ, ਬੁਰਕੀ ਜਿਹੜੀ ਹੈ, ਉਹ ਮੂੰਹ ਵਿੱਚ ਪਾਉਣੀ ਪੈਂਦੀ ਹੈ। ਗੁਰਮਤ ਦਾ ਧਾਰਨੀ ਹੋਣਾ, ਇਹਦੇ ਲਈ ਵੀ ਸਾਧ ਸੰਗਤ ਜੀ ਗੁਰੂ ਦੇ ਕੋਲ ਜਾਣਾ ਪੈਂਦਾ ਹੈ। ਗੁਰੂ ਦੁਆਰਾ ਸੋਝੀ ਪ੍ਰਾਪਤ ਕਰਨੀ ਪੈਂਦੀ ਹੈ, ਤਾਂ ਇਨਸਾਨ ਜਿਹੜਾ ਹੈ ਉਹ ਗੁਰਮਤ ਦਾ ਧਾਰਨੀ ਹੁੰਦਾ ਹੈ। ਔਰ ਗੁਰਮਤ ਦਾ ਧਾਰਨੀ ਜਿਹੜਾ ਮਨੁੱਖ ਹੈ ਉਹਨੂੰ ਗੁਰਮੁਖ ਕਹਿੰਦੇ ਨੇ। ਤੇ ਜਿਹੜਾ ਗੁਰਮੁਖ ਹੋ ਜਾਂਦਾ ਤੇ ਉਹ ਸਾਧ ਸੰਗਤ ਜੀ ਲਾਹ ਲੈ ਜਾਂਦਾ, ਉਹ ਇੱਥੇ ਖੱਟੀ ਖੱਟ ਕੇ ਜਾਂਦਾ, ਇੱਥੋਂ ਜਿੱਤ ਕੇ ਜਾਂਦਾ। ਬਾਣੀ ਦਾ ਫਰਮਾਨ ਹੈ, ਗੁਰਮੁਖ ਲਾਹ ਲੈ ਗਏ ਮਨ ਮੁਖ ਚੱਲੇ, ਮੂਲ ਗਵਾਏ ਜੀਓ। ਗੁਰਮੁਖ ਇਸ ਸੰਸਾਰ ਤੋਂ ਹਮੇਸ਼ਾ ਬਾਜੀ ਜਿੱਤ ਕੇ ਜਾਂਦੇ ਨੇ।
ਮਨਮੁਖ ਜਿਹੜੇ ਹਾਰ ਕੇ ਜਾਂਦੇ ਨੇ, ਜਿੱਤਿਆਂ ਹੋਇਆਂ ਦੇ ਚਿਹਰੇ ਜਿਹੜੇ ਨੇ ਬਹੁਤ ਪ੍ਰਸੰਨਤਾ ਵਾਲੇ, ਖੁਸ਼ੀ ਵਾਲੇ ਹੁੰਦੇ ਨੇ, ਤੇ ਹਾਰੀ ਹੋਈ ਟੀਮ ਖਿਡਾਰੀਆਂ ਦੇ ਚਿਹਰੇ ਜਿਹੜੇ ਨੇ ਬੜੇ ਖਰਾਬ ਹੁੰਦੇ ਨੇ। ਉਹ ਕਈ ਵਾਰ ਉਹਨਾਂ ਨੂੰ ਰਸਤਾ ਬਦਲ ਕੇ ਹੋਰ ਰਸਤੇ ਵੱਲ ਦੀ ਲੰਘਣਾ ਪੈਂਦਾ। ਲੋਕ ਉਹਨਾਂ ਨੂੰ ਲਾਈਕ ਨਹੀਂ ਕਰਦੇ ਜਿਹੜੇ ਹਾਰ ਕੇ ਆਉਂਦੇ। ਨਿਰੰਕਾਰ ਰੱਬ ਦੇ ਦੇਸ਼ ਦੇ ਵਿੱਚ ਜਿਹੜਾ ਹਾਰ ਕੇ ਜਾਂਦਾ ਜਾਂ ਹਾਰ ਕੇ ਜਾਵੇਗਾ, ਉਸ ਨੂੰ ਵੀ ਉੱਥੇ ਜਿਹੜਾ ਹੈ ਉਹ ਕੋਈ ਸਨਮਾਨ ਤੇ ਸਤਿਕਾਰ ਥੋੜਾ ਮਿਲਣਾ ਹੈ। ਅੱਗੇ ਦੋਜਗ ਤਪਿਆ ਸੁਣੀਏ ਹੂਲ ਪਵੇ ਕਹਾ, ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਇੱਕ ਫਿਰਦੇ ਬੇਪਰਵਾਹ। ਸੁਆਓ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਆਰੰਭ ਕਰਦੇ ਹਾਂ। ਰਾਗ ਹੈ ਗੌੜੀ ਤੇ ਅੰਗ ਹੈ 339 ਤੇ ਸ਼ਬਦ ਅਸੀਂ ਸਰਵਣ ਕੀਤਾ ਭਗਤ ਕਬੀਰ ਜੀ ਦਾ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਅੱਜ ਦੇ ਸ਼ਬਦ ਦਾ ਵਿਸ਼ਾ ਹੈ ਪੂਰਾ ਹੀ ਹਰ ਲਾਈਨ ਦੇ ਵਿੱਚ ਸ਼ਬਦ ਲਿਖਿਆ ਨਿੰਦਾ ਜਾਂ ਨਿੰਦੋ। ਇਹਦੇ ਬਾਰੇ ਹੀ ਸਾਰੇ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ ਹੈ। ਭਗਤ ਕਬੀਰ ਜੀ ਨੇ ਰਮਜ ਬੜੀ ਪਿਆਰੀ ਆਖੀ ਹੈ। ਪਹਿਲਾਂ ਤੇ ਨਿੰਦਿਆ ਕਰਨ ਵਾਲੇ ਨੂੰ ਚੰਗਾ ਕਿਹਾ ਵੀ ਇਹ ਬਹੁਤ ਚੰਗੀ ਗੱਲ ਹੈ, ਸਾਡੇ ਔਗਣ ਦੱਸੀ ਜਾਂਦਾ, ਪਰ ਆਖਰੀ ਪੰਕਤੀ ਦੇ ਵਿੱਚ ਕਹਿ ਦਿੱਤਾ ਨਿੰਦਕ ਡੁੱਬਾ ਹਮ ਉਤਰੇ ਪਾਰ। ਸੋ ਆਰੰਭ ਵਿੱਚ ਕੀ ਕਹਿੰਦੇ ਨੇ ਭਗਤ ਕਬੀਰ ਜੀ, ਕਿਉਂਕਿ ਜਦੋਂ ਭਗਤ ਜੀ ਨੂੰ ਪਤਾ ਲੱਗ ਗਿਆ ਨਾ ਵੀ ਲੋਕ ਮੇਰੀ ਨਿੰਦਿਆ ਕਰਦੇ ਹਨ, ਕਮਾਲਾ ਆ ਕੇ ਦੱਸਦਾ ਮਹਾਰਾਜ ਤੁਹਾਡੀ ਫਲਾਨਾ ਵੀ ਨਿੰਦਿਆ ਕਰਦਾ, ਤੁਹਾਡੀ ਫਲਾਨਾ ਵੀ ਨਿੰਦਿਆ ਕਰਦਾ। ਭਗਤ ਕਬੀਰ ਜੀ ਕਹਿੰਦੇ ਜਿਹੜੇ ਮੇਰੀ ਨਿੰਦਿਆ ਕਰਦੇ ਆ ਨਾ, ਤੂੰ ਇਦਾਂ ਕਰਿਆ ਕਰ, ਉਹਨਾਂ ਦੀ ਸੇਵਾ ਕਰਿਆ ਕਰ, ਉਹਨਾਂ ਦੇ ਕੱਪੜੇ ਲੀੜੇ ਲਿਆ ਕਰ ਤੇ ਧੋ ਦਿਆ ਕਰਾਂਗੇ। ਪਿਤਾ ਜੀ ਇਹ ਕੀ ਕਹਿੰਦੇ ਹੋ? ਕਹਿੰਦੇ ਵੀ ਉਹ ਸੌਦਾ ਦੇ ਰਿਹਾ ਜਿਹੜਾ ਉਹਦੇ ਕੋਲ ਹੈ, ਅਸੀਂ ਉਹ ਸੌਦਾ ਦੇਣਾ ਜਿਹੜਾ ਸਾਡੇ ਕੋਲ ਹੈ। ਚਲੋ ਖੈਰ। ਸੋ ਭਗਤ ਜੀ ਕਹਿੰਦੇ ਨੇ ਵੀ ਨਿੰਦੋ ਭਾਈ ਨਿੰਦੋ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਮੈਨੂੰ ਨਿੰਦਿਆ ਚੰਗੀ ਲੱਗਦੀ ਹੈ, ਮੈਨੂੰ ਖਰੀ ਲੱਗਦੀ ਹੈ, ਮੈਨੂੰ ਪਿਆਰੀ ਲੱਗਦੀ ਹੈ। ਕਿਉਂ? ਕਿਉਂਕਿ ਨਿੰਦਕ ਜਿਹੜਾ ਹੈ ਉਹ ਮੇਰੇ ਜਿਹੜਾ ਔਗਣ ਦੱਸਦਾ ਪਿਆ, ਮੈਂ ਉਹਨਾਂ ਔਗਣਾਂ ਨੂੰ ਦੂਰ ਕਰੀ ਜਾ ਰਿਹਾ ਤੇ ਇਸ ਕਰਕੇ ਮੈਂ ਉਹਨੂੰ ਆਪਣਾ ਮਿੱਤਰ ਸਮਝ ਰਿਹਾ। ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਿਆ ਸੇਵਕ ਦਾ ਮਾਂ ਪਿਓ ਹੈ। ਜਿਵੇਂ ਮਾਪੇ ਆਪਣੇ ਬਾਲ ਨੂੰ ਵੱਧਦੇ ਦੇਖਣਾ ਚਾਹੁੰਦੇ ਹਨ, ਧਿਆਨ ਦੇਣਾ, ਜਿਵੇਂ ਮਾਂ ਬਾਪ ਆਪਣੇ ਧੀ ਪੁੱਤਰ ਨੂੰ ਸਫਲ ਹੋਣਾ ਦੇਖਣਾ ਚਾਹੁੰਦੇ ਹਨ, ਏਦਾਂ ਹੀ ਸਤਸੰਗ ਜੀ ਜਿਸ ਦੀ ਨਿੰਦਿਆ ਹੁੰਦੀ ਹੈ, ਭਗਤ ਜੀ ਕਹਿੰਦੇ ਨੇ ਉਹ ਵੱਧਦਾ ਹੈ, ਉਹ ਅੱਗੇ ਜਾਂਦਾ ਹੈ, ਉਹ ਅੱਗੇ ਵੱਧਦਾ ਹੈ, ਅੱਗੇ ਜਾਂਦਾ ਹੈ। ਜਿਸ ਦਿਨ ਕਿਸੇ ਦੀ ਬੁਰਾਈ ਜਾਂ ਨਿੰਦਿਆ ਸ਼ੁਰੂ ਹੋ ਜਾਏ, ਧਿਆਨ ਦੇਣਾ ਇਹ ਵਿਧਾਨ ਹੈ ਕੁਦਰਤ ਦਾ, ਉਹਦੀ ਤਰੱਕੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ, ਉਹ ਦਿਨੋਂ ਦਿਨ ਵੱਧਦਾ ਜਾਂਦਾ, ਵੱਧਦਾ ਜਾਂਦਾ, ਵੱਧਦਾ ਜਾਂਦਾ। ਧਿਆਨ ਦੇਣਾ ਇਹ ਸੱਚੀ ਗੱਲ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਨੈਚੁਰਲੀ ਹੈ, ਕੁਦਰਤੀ ਹੈ, ਕੁਦਰਤੀ ਹੈ। ਜਦੋਂ ਤੱਕ ਕਿਸੇ ਦੀ ਗੱਲਬਾਤ ਨਾ ਹੋਵੇ ਉਹਨੂੰ ਬੰਦਾ ਕੋਈ ਵੀ ਦੁਨੀਆ ਦਾ ਚੰਗਾ ਤੇ ਮਾੜਾ ਨਹੀਂ ਕਹਿ ਸਕਦਾ। ਜਦੋਂ ਕਿਸੇ ਦੀ ਗੱਲ ਹੀ ਨਹੀਂ ਕਿਧਰੇ ਚੱਲਣੀ ਤੇ ਉਹਦੇ ਬੰਦੇ ਦਾ ਪਤਾ ਕੀ ਲੱਗਣਾ।
ਜਦੋਂ ਕਿਸੇ ਇਨਸਾਨ ਦੀ ਗੱਲ ਚੰਗੀ ਚੱਲਦੀ ਹੈ ਤੇ ਉਹਦੇ ਵਿੱਚ ਦੁਨੀਆ ਸਾਰੀ ਅੰਨੀ ਨਹੀਂ ਬੈਠੀ। ਧਿਆਨ ਦੇਣਾ, ਦੁਨੀਆ ਸਾਰੀ ਪਾਗਲ ਨਹੀਂ ਬੈਠੀ, ਪਾਰਖੂ ਵੀ ਬੈਠੇ ਨੇ। ਉਹ ਪਾਰਖੂ ਲੋਕ ਦੇਖਦੇ ਨੇ ਵੀ ਇਹ ਬੰਦੇ ਨੂੰ, ਜਿਵੇਂ ਹੁਣ ਆ ਸਾਡਾ ਮੁੱਖ ਮੰਤਰੀ ਇੱਕ ਬਣਿਆ, ਲੋਕੀ ਉਹਨੂੰ ਨੀਚ ਜਾਤ ਦਾ ਹੀ ਕਹੀ ਜਾਂਦੇ ਆ। ਗੱਲ ਪਾਰਟੀਆਂ ਦੀ ਨਹੀਂ ਹੈ, ਇਨਸਾਨ ਨੂੰ ਇਨਸਾਨੀਅਤ ਤੇ ਕਾਇਮ ਰਹਿਣਾ ਚਾਹੀਦਾ। ਅਵਲ ਅੱਲਾਹ ਹੈ, ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਉਹਦੀ ਨਿੰਦਿਆ ਹੋ ਰਹੀ ਹੈ ਤੇ ਜਿਹਨੂੰ ਨਹੀਂ ਵੀ ਪਤਾ ਸੀ ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਬੰਦਾ ਕੌਣ ਹੈ। ਆ ਗਈ ਨਾ ਪ੍ਰਮਾਣ ਸਾਹਮਣੇ। ਕਿਉਂਕਿ ਜਿਹਦੀ ਗੱਲ ਹੋਣੀ ਸ਼ੁਰੂ ਹੋ ਜਾਵੇ, ਜਿਹੜੇ ਸਿਆਣੇ ਬੰਦੇ ਨੇ ਉਹ ਉਸ ਬੰਦੇ ਨੂੰ ਹਾਈਲਾਈਟ ਕਰ ਦਿੰਦੇ ਨੇ ਵੀ ਇਹ ਬੰਦੇ ਦੇ ਕਰਮ ਤੇ ਦੇਖੋ, ਇਹਦੇ ਕੰਮ ਤੇ ਦੇਖੋ, ਇਹਦੀ ਯੋਗਤਾ ਤੇ ਦੇਖੋ। ਤੁਸੀਂ ਕਿਸੇ ਦੀ ਜ਼ਾਤ ਨੂੰ ਲੈ ਕੇ ਫੜ ਕੇ ਬਹਿ ਗਏ, ਕਿਸੇ ਦੀ ਕੁਆਲੀਫਿਕੇਸ਼ਨ ਦੇਖੋ, ਕਿਸੇ ਦਾ ਜੀਵਨ ਦੇਖੋ, ਕਿਸੇ ਦੀ ਪ੍ਰਾਪਤੀ ਦੇਖੋ, ਤੇ ਤੁਸੀਂ ਇਹ ਕਿਹੜੇ ਚੱਕਰ ਦੇ ਵਿੱਚ ਪੈ ਗਏ। ਮਤਲਬ ਭਗਤ ਕਬੀਰ ਜੀ ਕਹਿੰਦੇ ਵੀ ਜਿਵੇਂ ਮਾਂ ਬਾਪ ਆਪਣੇ ਬੱਚੇ ਨੂੰ ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਨੇ, ਵੱਧਦਾ ਫੁੱਲਦਾ, ਏਦਾਂ ਹੀ ਜਦੋਂ ਨਿੰਦਕ ਨਿੰਦਿਆ ਕਰਦਾ ਹੈ। ਇਹ ਚੀਜ਼ ਮੈਂ ਬਚਪਨ ਵਿੱਚ ਮਹਾਂਪੁਰਖਾਂ ਕੋਲ ਬਹੁਤ ਸੁਣੀ ਤੇ ਮੈਂ ਪ੍ਰਚਾਰ ਵੀ ਬੜਾ ਕੀਤਾ, ਤੇ ਇਹ ਫਿਰ ਬਾਅਦ ਵਿੱਚ ਬਾਣੀ ਵਿੱਚ ਵੀ ਪੜ੍ਹਿਆ ਵੀ ਇਹ ਸਹੀ ਹੈ। ਜਦੋਂ ਨਿੰਦਿਆ ਹੋਣੀ ਸ਼ੁਰੂ ਹੋ ਗਈ, ਉਦੋਂ ਹੀ ਦਿਨੋਂ ਦਿਨ ਚੜ੍ਹਦੀ ਕਲਾ ਹੋਏਗੀ। ਇਨਸਾਨ ਜਿਹੜਾ ਉਹ ਤਰੱਕੀ ਵੱਲ ਜਾਏਗਾ। ਬਾਬੇ ਨਾਨਕ ਤੋਂ ਅਸੀਂ ਲੈ ਲੈਂਦੇ ਹਾਂ, ਜਿਉਂ ਬਾਬੇ ਨਾਨਕ ਤੋਂ ਇਹ ਚੀਜ਼ ਸ਼ੁਰੂ ਹੋਈ ਤੇ ਸਾਧ ਸੰਗਤ ਜੀ ਤਰੱਕੀ ਹੋਈ, ਵਾਧਾ ਹੋਇਆ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ, ਵਾਧਾ ਹੋਇਆ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਪ੍ਰਸਾਰ ਵਿੱਚ, ਵਾਧਾ ਹੋਇਆ ਗੁਰੂ ਨਾਨਕ ਦੀ ਸਿੱਖੀ ਸੇਵਕੀ ਵਿੱਚ, ਵਾਧਾ ਹੋਇਆ ਗੁਰੂ ਨਾਨਕ ਮਹਾਰਾਜ ਜੀ ਦੇ। ਤੇ ਲੋਕ ਖਿਲਾਫ ਬੜੇ ਸਨ, ਫਿਰ ਵਾਧਾ ਕਿੱਦਾਂ ਹੋਇਆ? ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਬ੍ਰਾਹਮਣ ਪੰਡਤ ਜਾਂ ਹੋਰ ਧਰਮ ਦੇ ਅਖੌਤੀ ਠੇਕੇਦਾਰ ਇੱਥੇ ਗੁਰੂ ਨਾਨਕ ਮਹਾਰਾਜ ਜੀ ਨੂੰ ਦੁਸ਼ਮਣ ਸਮਝਦੇ ਸਨ। ਤੇ ਫਿਰ ਗੁਰੂ ਨਾਨਕ ਦੀ ਸਿੱਖੀ ਸੇਵਕੀ ਵਿੱਚ ਵਾਧਾ ਕਿੱਦਾਂ ਹੋਇਆ? ਮੈਂ ਪਹਿਲਾਂ ਬੇਨਤੀ ਕੀਤੀ ਹੈ, ਕਦਰਦਾਨ ਦੁਨੀਆ ਦੇ ਵਿੱਚ ਹਮੇਸ਼ਾ ਉਹ ਲੋਕ ਨਹੀਂ ਰਹਿੰਦੇ ਜਿਹੜੇ ਭੈੜੇ ਹੁੰਦੇ ਨੇ। ਦੁਨੀਆ ਦੇ ਵਿੱਚ ਸੱਚ ਵੀ ਹੈ, ਸੱਚੇ ਵੀ ਨੇ, ਕਦਰਦਾਨ ਵੀ ਨੇ। ਇਸ ਕਰਕੇ ਉਹ ਹੀਰੇ ਦਾ ਮੁੱਲ ਪਾ ਦਿੰਦੇ ਨੇ, ਉਹ ਕਦਰ ਕਰਦੇ ਨੇ, ਤੇ ਉਹ ਉਸ ਦੀ ਪ੍ਰਸ਼ੰਸਾ ਤੇ ਸਤਿਕਾਰ ਕਰਦੇ। ਸੋ ਭਗਤ ਕਬੀਰ ਜੀ ਕਹਿੰਦੇ ਬਈ ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨ ਹੈ ਬਸਾਈਐ। ਹੋ ਸਕਦਾ ਕੋਈ ਬੰਦੇ ਨੂੰ, ਕਿਸੇ ਨੂੰ ਭੈੜੀ ਆਦਤ ਹੋਵੇ, ਕਿਸੇ ਨੂੰ ਵੀ ਹੋਵੇ, ਤੇ ਜਦੋਂ ਕੋਈ ਉਹਦੀ ਨਿੰਦਿਆ ਕਰਦਾ ਉਹਨੂੰ ਫਿਰ ਥੋੜਾ ਪਤਾ ਲੱਗ ਜਾਂਦਾ, ਉਹ ਅਲਰਟ ਹੋ ਜਾਂਦਾ, ਕਹਿੰਦਾ ਚੱਲ ਵੀ ਇਹ ਚੀਜ਼ ਛੱਡ ਦੇਣੀ, ਹਾਂ ਇਹਦੇ ਵਿੱਚ ਮੇਰੇ ਕਮੀ ਹੈ। ਕਹਿੰਦੇ ਵੀ ਜਦੋਂ ਕਮੀ ਦੂਰ ਹੋ ਗਈ ਤੇ ਮੈਂ ਸਾਫ਼ ਹੋ ਗਿਆ। ਜਦੋਂ ਸਾਫ਼ ਹੋ ਗਿਆ ਤੇ ਸਾਫ਼ ਪਾਣੀ ਵਿੱਚ ਜਿਹੜਾ ਮਰਜ਼ੀ ਰੰਗ ਮਿਲਾ ਦੋ, ਉਹੀ ਰੰਗ ਵਾਲਾ ਪਾਣੀ ਬਣ ਜਾਂਦਾ। ਚਿੱਕੜ ਵਾਲਾ ਪਾਣੀ, ਉਹਦੇ ਵਿੱਚ ਲਾਲ ਰੰਗ ਮਿਲਾਓ ਤੇ ਉਹ ਨਹੀਂ ਬਣਨਾ, ਕਿਉਂਕਿ ਉਹਦੇ ਵਿੱਚ ਗੰਧ ਹੈ। ਜਦੋਂ ਕਿਸੇ ਜਲ ਨੂੰ ਫਿਲਟਰ ਕਰ ਲਿਆ ਜਾਂਦਾ ਹੈ, ਕਿਸੇ ਵੀ ਤਰੀਕੇ ਦੇ ਨਾਲ ਸਾਫ਼ ਕਰ ਲਿਆ ਜਾਂਦਾ ਹੈ, ਛੱਪੜਾਂ ਦੇ ਪਾਣੀ ਨੂੰ ਵੀ, ਤੇ ਫਿਰ ਉਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਉਹਦੇ ਵਿੱਚ ਜਿਹੜਾ ਮਰਜ਼ੀ ਰੰਗ ਪਾ ਦਿਓ, ਹੋ ਜਾਣਾ, ਲੱਗ ਜਾਣਾ। ਜਦੋਂ ਇਨਸਾਨ ਸਾਫ਼ ਹੋ ਗਿਆ, ਜਦੋਂ ਇਨਸਾਨ ਪਿਆਰਾ ਹੋ ਗਿਆ, ਤੇ ਫਿਰ ਗੁਰੂ ਨੂੰ ਪ੍ਰਵਾਨ ਹੋ ਜਾਣਾ ਵੀ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਮੈਂ ਇਸ ਪ੍ਰਕਾਰ ਬੈਕੁੰਠ ਦਾ ਰਸਤਾ ਜਿਹੜਾ ਹੈ ਉਹ ਤੈਅ ਕਰ ਸਕਦਾ, ਉੱਥੇ ਜਾ ਸਕਦਾ। ਨਾਮ ਪਦਾਰਥ ਮਨ ਹੈ ਬਸਾਈ ਹੈ। ਕਿਉਂਕਿ ਇਸ ਤਰੀਕੇ ਦੇ ਨਾਲ ਮੈਂ ਆਪਣੇ ਔਗਣਾਂ ਨੂੰ ਦੂਰ ਕਰਦਾ ਗਿਆ ਤੇ ਆਪਣੇ ਅੰਦਰ ਨਾਮ ਦੀ ਬਰਕਤ ਨੂੰ ਅੰਦਰ ਸੰਭਾਲਦਾ ਗਿਆ। ਹਿਰਦੇ ਸ਼ੁੱਧ ਜੋ ਨਿੰਦਾ ਹੋਏ। ਜੇ ਹਿਰਦਾ ਸ਼ੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ, ਸ਼ੁਭ ਭਾਵਨਾ ਸਾਡੀ ਹੋਵੇ, ਹਿਰਦੇ ਸ਼ੁੱਧ ਜੇ ਨਿੰਦਾ ਹੋਏ, ਹਿਰਦਾ ਸ਼ੁੱਧ ਹੋਏਗਾ। ਜੇ ਨਿੰਦਿਆ ਹੋਏਗੀ, ਹਮਰੇ ਕਪਰੇ ਨਿੰਦਕ ਧੋਏ। ਸਾਡੀ ਮੈਲ ਜਿਹੜੀ ਹੈ
ਉਹ ਨਿੰਦਕ ਜਿਹੜਾ ਹੈ ਉਹ ਧੋ ਰਿਹਾ ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ। ਸੋ ਜਿਹੜਾ ਮਨੁੱਖ ਮੈਨੂੰ ਭੰਡਦਾ ਹੈ, ਭਗਤ ਕਬੀਰ ਜੀ ਦੀ ਰਮਜ ਦੇਖੋ ਅਖੀਰ ਤੇ ਜਾ ਕੇ ਉਹਨਾਂ ਨੇ ਗੱਲ ਕਿੱਥੇ ਮੁਕਾਉਣੀ ਹੈ। ਪਹਿਲਾਂ ਤੇ ਇਸ ਤਰ੍ਹਾਂ ਕਹਿ ਰਹੇ ਹਨ ਨਾ, ਫਿਰ ਅਖੀਰ ਦੇ ਵਿੱਚ ਦੱਸ ਹੀ ਦਿੱਤਾ, ਨਿੰਦਾ ਕਰੇ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ। ਨਿੰਦਕ ਹਮਾਰਾ ਮਿੱਤਰ ਹੈ ਔਰ ਮੇਰਾ ਉਹਦੇ ਨਾਲ ਬੜਾ ਗੂੜਾ ਜਿਹੜਾ ਪਿਆਰ ਹੈ। ਨਿੰਦਕ ਦੇ ਨਾਲ ਭਗਤ ਕਬੀਰ ਜੀ ਦੀ ਅਵਸਥਾ ਬਹੁਤ ਉੱਚੀ ਹੈ ਨਾ। ਸੋ ਅਸੀਂ ਉਹਨਾਂ ਵਰਗੇ ਨਹੀਂ ਬਣ ਸਕਦੇ ਤੇ ਪਰ ਉਹਦੇ ਵਿੱਚ ਵੀ ਉਹਨਾਂ ਦੀ ਰਮਜ ਹੈ, ਸਮਝਾਉਣ ਦਾ ਤਰੀਕਾ ਸਾਨੂੰ ਦੱਸ ਰਹੇ ਨੇ। ਜੇ ਦੇਖੋ ਜੇ ਇਹ ਪੋਜ਼ਿਟਿਵ ਆ ਨਿੰਦਿਆ ਦੀ ਜਿਹੜੀ ਪੰਕਤੀ ਚੱਲ ਰਹੀ ਹੈ, ਸਾਡਾ ਮਿੱਤਰ ਹੈ ਉਹਨੂੰ ਨਿੰਦਿਆ ਕਰਨੀ ਚਾਹੀਦੀ ਹੈ ਸਾਡੀ, ਇਹਦਾ ਜੇ ਪੋਜ਼ਿਟਿਵ ਅਸੀਂ ਮੈਸੇਜ ਲਈਏ ਫਿਰ ਤੇ ਇਹ ਮੈਸੇਜ ਆਉਂਦਾ ਵੀ ਸਾਰਿਆਂ ਨੂੰ ਇੱਕ ਦੂਜੇ ਦੀ ਨਿੰਦਿਆ ਕਰਨੀ ਚਾਹੀਦੀ ਹੈ। ਇਹ ਥੋੜੋ ਇਹਦਾ ਮੈਸੇਜ ਆਉਂਦਾ, ਇਹ ਮੈਸੇਜ ਨਹੀਂ ਹੈ ਵੀ ਤੁਸੀਂ ਨਿੰਦਿਆ ਕਰੋ। ਵੀ ਜੇ ਕਬੀਰ ਭਗਤ ਜੀ ਕਹਿੰਦੇ ਨੇ ਵੀ ਮੇਰਾ ਮਿੱਤਰ ਹੈ ਉਹ ਚੰਗਾ ਹੈ ਤੇ ਅਸੀਂ ਵੀ ਨਿੰਦਿਆ ਸ਼ੁਰੂ ਕਰ ਦਈਏ। ਇਸ ਕਰਕੇ ਸਾਰਾ ਸ਼ਬਦ ਪੜ੍ਹਨਾ ਅਸੀਂ ਵੀ ਅਖੀਰਲੀ ਪੰਕਤੀ ਵਿੱਚ ਭਾਵ ਅਰਥ ਆਉਣਾ ਕੀ ਲਿਖਿਆ ਉਹਦੇ ਵਿੱਚ। ਬਾਣੀ ਵਿੱਚ ਇਹ ਵੀ ਲਿਖਿਆ, ਨਿੰਦਾ ਭਲੀ ਕਿਸੀ ਕੀ ਨਾਹੀ ਮਨਮੁਖ ਮੁਗਧ ਕਰਨ। ਤੇ ਇਸੇ ਹੀ ਪੰਕਤੀ ਵਿੱਚ ਆਖਰੀ ਵਿੱਚ ਕੀ ਲਿਖਿਆ, ਨਿੰਦਕ ਡੋਬਾ ਹਮ ਉਤਰੇ ਪਾਰ ਸੋ ਨਿੰਦਕ ਸੋ ਜੋ ਨਿੰਦਾ ਹੋਰੇ। ਕਹਿੰਦੇ ਵੀ ਨਿੰਦਕ ਜਿਹੜਾ ਸਾਡੇ ਨਾ, ਜੇ ਅਸੀਂ ਬਾਈ ਦੇ ਵੇ ਕੋਈ ਗਲਤ ਅੰਦਰ ਭਾਵਨਾ ਆ ਜਾਏ ਜਾਂ ਕੋਈ ਚੀਜ਼ ਆ ਜਾਏ, ਨਿੰਦਕ ਸਾਨੂੰ ਰੋਕ ਦਿੰਦਾ। ਨਿੰਦਕ ਸਾਨੂੰ ਰੋਕਦਾ, ਸਾਨੂੰ ਪਤਾ ਵੀ ਉਹ ਨਿੰਦਕ ਨੇ ਸਾਡੀ ਨਿੰਦਿਆ ਕਰਨੀ, ਬੰਦਾ ਰੁਕ ਜਾਂਦਾ ਹੈ। ਹਮਰਾ ਜੀਵਨ ਨਿੰਦਕ ਲੋਰੈ ਸੋ ਨਿੰਦਕ ਸਗੋਂ ਸਾਡਾ ਜੀਵਨ ਜਿਹੜਾ ਹੈ ਚੰਗਾ ਬਣਾਈ ਜਾ ਰਿਹਾ। ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੇ ਉਧਾਰ। ਜਿਉਂ ਜਿਉਂ ਸਾਡੀ ਨਿੰਦਿਆ ਹੋਈ ਜਾਂਦੀ ਹੈ ਸਾਡਾ ਰੱਬ ਨਾਲ ਪ੍ਰੇਮ ਵਧੀ ਜਾਂਦਾ ਹੈ। ਦੁਨੀਆ ਤੋਂ ਦੂਰ ਹੁੰਦੇ ਜਾ ਰਹੇ ਹਾਂ ਤੇ ਪ੍ਰਮਾਤਮਾ ਦੇ ਨੇੜੇ ਹੁੰਦੇ ਜਾ ਰਹੇ ਹਾਂ, ਕਿਉਂਕਿ ਸੱਚਾਈ ਦਾ ਪਤਾ ਲੱਗ ਰਿਹਾ, ਆਪਣੇ ਤੇ ਬੇਗਾਨਿਆਂ ਦਾ ਪਤਾ ਲੱਗ ਰਿਹਾ। ਜਦੋਂ ਤੱਕੜ ਤੇ ਚੀਜ਼ ਚੜ੍ਹਦੀ ਹੈ, ਧਿਆਨ ਦੇਣਾ, ਜਦੋਂ ਤਰਾਜੂ ਤੇ ਸੱਚ ਤੇ ਝੂਠ ਚੜਦਾ ਪਤਾ ਉਦੋਂ ਹੀ ਲੱਗਦਾ। ਉਦਾਂ ਤੇ ਸਾਰੇ ਰੌਲਾ ਪਾਈ ਜਾਂਦੇ ਜੀ ਤੂੰ ਮੇਰਾ ਮੈਂ ਤੇਰਾ, ਤੂੰ ਮੇਰਾ ਮੈਂ ਤੇਰੇ ਨਾਲ ਪਿਆਰ ਕਰਦਾ, ਆਹ ਕਰਦਾ ਉਹ ਕਰਦਾ, ਜਾਣ ਦੇਣਾ ਸਤਿਕਾਰ ਹੈ ਉਹ ਹੈ। ਪਰ ਮਹਾਰਾਜ ਜੀ ਕਹਿੰਦੇ ਜਦ ਤੱਕੜ ਤੇ ਸਤਸੰਗ ਜੀ ਪਰਖਿਆ ਜਾਂਦਾ ਨਾ, ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲਣ ਹਾਰਾ, ਆਪੇ ਦੇਖੇ ਆਪੇ ਬੁਝੇ ਆਪੇ ਐਵਣ ਜਾਰਾ। ਸੋ ਜਦੋਂ ਇਨਸਾਫ ਤੇ ਤਰਾਜੂ ਤੇ ਸੱਚ ਤੇ ਝੂਠ ਨੂੰ ਲੈ ਕੇ ਜਾਇਆ ਜਾਂਦਾ ਹੈ ਨਾ, ਫਿਰ ਪਤਾ ਲੱਗਦਾ ਹੈ ਵੀ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਹੈ, ਕੌਣ ਸੱਚਾ ਹੈ ਤੇ ਕੌਣ ਝੂਠਾ ਹੈ। ਜਨ ਕਬੀਰ ਕੋ ਨਿੰਦਾ ਸਾਰ ਕੋਈ ਗੱਲ ਨਹੀਂ, ਨਿੰਦਕ ਡੂਬਾ ਹਮ ਉਤਰੇ ਪਾਰ। ਆ ਗੱਲ ਹੈ ਅਸਲੀ, ਆ ਗੱਲ ਹੈ ਅਸਲੀ, ਆ ਗੱਲ ਹੈ ਅਸਲੀ। ਨਿੰਦਕ ਡੂਬਾ ਫਿਰ ਕਿਉਂ ਲਿਖਣਾ ਪਿਆ, ਭਗਤ ਕਬੀਰ ਜੀ ਨੂੰ ਕਿਉਂ ਲਿਖਣਾ ਪਿਆ ਭਈ ਨਿੰਦਕ ਡੁੱਬ ਗਿਆ, ਨਿੰਦਕ ਮਰ ਗਿਆ। ਪਾਪੀ ਨੂੰ ਮਾਰਨ ਦੇ ਲਈ ਪਾਪ ਹੀ ਮਹਾਬਲੀ ਹੈ। ਕਿਸੇ ਨੇ ਤੈਨੂੰ ਕੀ ਮਾਰਨਾ, ਮਾਰ ਜਾਣਗੇ ਕਰਮ ਤੈਨੂੰ ਤੇਰੇ। ਕਿਸੇ ਨੇ ਤੈਨੂੰ ਕੀ ਮਾਰ ਜਾਣਾ, ਤੇਰੀ ਜ਼ੁਬਾਨ ਹੀ ਤੈਨੂੰ ਮਾਰ ਦੇਵੇਗੀ। ਦੁਰਯੋਧਨ ਨੂੰ ਉਹਦੀ ਜ਼ੁਬਾਨ ਹੀ ਮਾਰ ਗਈ ਸੀ। ਦੁਰਯੋਧਨ ਨੂੰ ਸਾਧ ਸੰਗਤ ਜੀ ਧਿਆਨ ਦੇਣਾ, ਖਿਮਾ ਕਰਨਾ, ਜਦੋਂ ਦ੍ਰੋਪਦੀ ਨੇ ਦੁਰਯੋਧਨ ਨੂੰ ਅੰਧੇ ਦਾ ਅੰਧਾ ਕਿਹਾ ਸੀ, ਮਤਲਬ ਦੁਰਯੋਧਨ ਦੀ ਜਿਹੜੀ ਜ਼ੁਬਾਨ ਸੀ ਉਹਦੇ ਪਤਨ ਦਾ ਕਾਰਨ ਬਣੀ ਸੀ। ਦ੍ਰੋਪਦੀ ਦੇ ਪਤਨ ਦਾ ਦੋਨਾਂ ਦਾ ਹੀ ਕਾਰਨ ਬਣ ਗਈ। ਦ੍ਰੋਪਦੀ ਦੀ ਜ਼ੁਬਾਨ ਨੇ ਵੀ, ਉਹਦੇ ਹੰਕਾਰ ਨੇ ਤੇ ਉਹਦੀ ਜ਼ੁਬਾਨ ਦੇ ਵਿੱਚੋਂ ਨਿਕਲੇ ਸ਼ਬਦ ਨੇ, ਦੋਨਾਂ ਦਾ ਹੀ ਪਤਨ ਕਰ ਦਿੱਤਾ। ਇਸ ਕਰਕੇ ਨਾ ਹੰਕਾਰ ਚੰਗਾ ਤੇ ਨਾ ਕੌੜਾ ਬਚਨ ਚੰਗਾ। ਭਾਵੇਂ ਇਸ ਨੂੰ ਮਸ਼ਕਰੀ ਦੇ ਨਾਲ ਹੀ, ਭਾਵੇਂ ਇਸ ਨੂੰ ਮਖੌਲ ਟਿੱਚਰ ਦੇ ਨਾਲ ਹੀ ਕਿਉਂ ਨਾ ਲਿਆ ਜਾਵੇ। ਧਿਆਨ ਦੇਣਾ, ਕਈ ਇਨਸਾਨ ਮਖੌਲ ਕਰਦੇ ਨੇ ਤੇ ਕਰਾਉਂਦੇ ਵੀ ਨੇ, ਕਈ ਬਿਲਕੁਲ ਲਾਇਕ ਨਹੀਂ ਕਰਦੇ। ਇਸ ਕਰਕੇ ਜਿਹਦੇ ਨਾਲ ਗੱਲ ਬਣਦੀ ਉਹਦੇ ਨਾਲ ਦੇ ਬੰਦਾ ਗੱਲ ਕਰ ਲਿਆ ਕਰੇ।
ਤੇ ਹੁਣ ਜਿਹੜਾ ਦੁਰਯੋਧਨ ਹੈ ਮਖੌਲ ਪਸੰਦ ਨਹੀਂ ਕਰਦਾ, ਤੇ ਦ੍ਰੋਪਦੀ ਭਰਜਾਈ ਨੇ ਮਖੌਲ ਕਰ ਦਿੱਤਾ, ਆਂਦੇ ਦਾ ਆਂਦਾ ਉਹਨੇ ਸਹਿ ਸੁਭਾ ਗਿਆ, ਉਹਦੇ ਮਨ ਨੂੰ ਲੱਗ ਗਈ, ਤੇ ਫਿਰ ਉਸਨੇ ਉਹਨਾਂ ਨੂੰ ਦੇਖੋ ਕਿੱਥੇ ਤੱਕ ਪਹੁੰਚਾ ਦਿੱਤਾ। ਭਾਵੇਂ ਉਹਦੇ ਹੰਕਾਰ ਕਰਕੇ ਉਹਦਾ ਹੀ ਨੁਕਸਾਨ ਹੋਇਆ, ਪਰ ਫਿਰ ਵੀ ਉਹ ਜਿਹੜੀ ਜ਼ੁਬਾਨ ਸੀ ਉਹ ਜ਼ੁਬਾਨ ਬਹੁਤ ਦੂਰ ਲੈ ਗਈ। ਇਸ ਕਰਕੇ ਨਿੰਦਕ ਵੀ ਆਪਣੀ ਜ਼ੁਬਾਨ ਦਾ ਹੀ ਇਸਤੇਮਾਲ ਕਰਦਾ ਹੈ, ਤੇ ਇਸ ਤਰ੍ਹਾਂ ਕਰਕੇ ਉਹ ਡੁੱਬ ਜਾਂਦਾ, ਉਹ ਮਰ ਜਾਂਦਾ, ਉਹਦਾ ਵਜੂਦ ਤੱਕ ਨਹੀਂ ਰਹਿੰਦਾ, ਤੇ ਉਹਦਾ ਨਿਸ਼ਾਨ ਤੱਕ ਨਹੀਂ ਰਹਿੰਦਾ। ਇਹ ਬਾਣੀ ਦੇ ਵਿੱਚ ਲਿਖਿਆ, ਇਹ ਬਾਣੀ ਦੇ ਵਿੱਚ ਲਿਖਿਆ। ਕਹਿੰਦੇ ਵੀ ਤਬੇਲੇ ਦੇ ਵਿੱਚ ਰਾਜਾ ਖਲੋਤਾ, ਤਬੇਲੇ ਦੇ ਵਿੱਚ ਰਾਜਾ ਖਲੋਤਾ, ਘੋੜਿਆਂ ਨੂੰ ਦੇਖ ਰਿਹਾ। ਇੱਕ ਫਕੀਰ ਆਇਆ, ਕਹਿੰਦਾ ਰਾਜਾ ਦਾਨ ਦੇ, ਦਾਨ ਦਾਨ। ਰਾਜਾ ਚੁੱਪ ਕਰਕੇ ਖਲੋਤਾ ਰਿਹਾ, ਕਹਿੰਦਾ ਤੈਨੂੰ ਕਿਹਾ ਦਾਨ ਦੇ, ਫਕੀਰ ਨੂੰ ਦਾਨ। ਜਦੋਂ ਉਸਨੇ ਵਾਰ-ਵਾਰ ਕਿਹਾ ਤੇ ਫਿਰ ਸਾਧ ਸੰਗਤ ਜੀ ਉਹਨੂੰ ਥੋੜਾ ਗੁੱਸਾ ਆ ਗਿਆ। ਦੇਖੋ ਗੁੱਸੇ ਦੇ ਵਿੱਚ ਨੁਕਸਾਨ ਕਿੰਨਾ ਹੁੰਦਾ ਹੈ। ਉਸਨੇ ਬੁੱਕ ਭਰੀ ਲਿੱਦ ਦੀ, ਘੋੜੇ ਦੀ ਲਿੱਦ ਦੀ, ਇਹ ਬਾਣੀ ਵਿੱਚ ਪੰਕਤੀ ਵੀ ਤੁਹਾਨੂੰ ਸੁਣਾਉਣਾ। ਉਸਨੇ ਬੁੱਕ ਭਰੀ ਲਿੱਦ ਦੀ ਤੇ ਉਹਦੀ ਝੋਲੀ ਦੇ ਵਿੱਚ ਪਾ ਦਿੱਤੀ, ਫਕੀਰ ਦੀ, ਸਾਧੂ ਕਹਿ ਲੋ। ਤੇ ਉਹ ਸਾਧੂ ਵਿਚਾਰਾ ਕੋਈ ਗੱਲ ਨਹੀਂ, ਉਹ ਬਹੁਤਾ ਉਹਦੇ ਨਾਲ ਬੈਂਸਿਆ ਨਹੀਂ, ਕਹਿੰਦਾ ਕੋਈ ਨਹੀਂ ਭਾਈ, ਤੇਰਾ ਦਿੱਤਾ ਦਾਨ ਵਧੇ ਫੁੱਲੇ, ਪਤਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੇ ਘਾਲੇ। ਜੇ ਕੋਈ ਕਿਸੇ ਨੂੰ ਚੰਗੀ ਚੀਜ਼ ਪੇਸ਼ ਕਰੇਗਾ ਤੇ ਉਹਨੂੰ ਚੰਗਾ ਫਲ ਅਵਸ਼ ਮਿਲੇਗਾ। ਜੇ ਕਿਸੇ ਨੂੰ ਕੋਈ ਮਾੜੀ ਚੀਜ਼ ਪਰੋਸੇਗਾ ਕਿਸੇ ਵੀ ਤਰੀਕੇ ਦੇ ਨਾਲ, ਤੇ ਉਸ ਨੂੰ ਉਸ ਦਾ ਅੱਗਿਓਂ ਜਿਹੜਾ ਹੈ ਮਾੜਾ ਹੀ ਫਲ ਮਿਲਣਾ, ਰਿਸਪੌਂਸ ਜਿਹੜਾ ਉਸੇ ਤਰ੍ਹਾਂ ਹੀ ਮਿਲਣਾ। ਜਿੱਦਾਂ ਦੀ ਆਵਾਜ਼ ਦੇਵੇਗਾ ਨਾ ਖੂਹ ਦੇ ਵਿੱਚੋਂ, ਤੇ ਉਦਾਂ ਦੀ ਆਵਾਜ਼ ਅੱਗਿਓਂ ਆਣੀ ਹੈ। ਦਸਤੂਰ ਹੈ ਕੁਦਰਤ ਦਾ, ਜਿਹਾ ਬੀਜੈ ਸੋ ਲੋਨੇ ਕਰਮਾ ਸੰਦਲਾ ਖੇਦ। ਐਵੇਂ ਕਿੱਕਰ ਬੀਜ ਕੇ ਤੇ ਕਹੇ ਹੁਣ ਵੀ ਲੋੜਾ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ ਬਜੌਰ ਦੇ ਇਲਾਕੇ ਦੀਆਂ ਦਾਖਾਂ ਮਿੱਠੀਆਂ, ਚਾਹੁੰਦਾ ਵੀ ਕਿੱਕਰਾਂ ਨੂੰ ਕੋਈ ਫਲ ਨਹੀਂ ਲੱਗਦਾ, ਸੂਲਾਂ ਲੱਗਦੀਆਂ ਨੇ। ਬੀਜ ਤੇ ਪਹਿਲਾਂ ਨਰਮ ਲੱਗਦਾ, ਜਦੋਂ ਕਿੱਕਰ ਦਾ ਬੀਜ ਕਿਸੇ ਨੇ ਬੀਜਣਾ ਨਾ ਪਹਿਲਾਂ ਤੇ ਉਹ ਨਰਮ ਹੀ ਲੱਗਦਾ, ਪਰ ਜਦੋਂ ਉਹ ਬੀਜ ਵੱਡਾ ਹੁੰਦਾ ਤੇ ਸੂਲਾਂ ਨਿਕਲਦੀਆਂ ਨੇ। ਸੂਲਾਂ ਤੇ ਕੋਈ ਸੂਲਾਂ ਵਾਲੇ ਨੂੰ ਪਸੰਦ ਨਹੀਂ ਕਰਦਾ, ਫੁੱਲ ਲੋਕੀ ਲਾ ਕੇ ਲੈ ਜਾਂਦੇ ਨੇ, ਸੂਲ ਉੱਥੇ ਹੀ ਲੱਗੀ ਰਹਿ ਜਾਂਦੀ ਹੈ। ਜੇ ਕਿਸੇ ਕਈ ਐਸੇ ਮਤਲਬ ਪੌਦੇ ਹੁੰਦੇ ਨੇ ਉਹਨਾਂ ਵਿੱਚ ਫੁੱਲ ਲੱਗੇ ਹੁੰਦੇ ਨੇ, ਕਈ ਕੰਡੇ ਵੀ ਹੁੰਦੇ, ਤੇ ਕੰਡਿਆਂ ਨੂੰ ਕੋਈ ਨਹੀਂ ਖਰੀਦਦਾ, ਕੋਈ ਨਹੀਂ ਦੇਖਦਾ, ਪਰ ਫੁੱਲਾਂ ਦੀਆਂ ਮਾਲਾ ਪਾ ਕੇ ਗਲੇ ਦਾ ਸ਼ਿੰਗਾਰ ਬਣਦੀਆਂ ਹਨ। ਮਿਠਾਸ, ਮਿੱਠੀ ਰਸਨਾ, ਪ੍ਰੇਮ, ਪਿਆਰ, ਇਹ ਗਲੇ ਦਾ ਹਾਰ ਹੈ। ਇਹ ਰੱਬ ਤੱਕ ਲਿਜਾਣ ਦਾ ਰਸਤਾ ਹੈ। ਫਿੱਕਾ ਬੋਲਣਾ, ਕੌੜਾ ਬੋਲਣਾ, ਨਫ਼ਰਤ, ਈਰਖਾ, ਦੁਬਦਾ, ਦਵੈਸ਼, ਇਹ ਜਿਹੜੇ ਕੰਡੇ ਨੇ ਇਹ ਪਾਤਸ਼ਾਹ ਕਹਿੰਦੇ ਜਿਉਂ-ਜਿਉਂ ਚਲੇ ਦੇਖ ਲੈ ਸੁਖੈਰ। ਰਾਜੇ ਨੇ ਪਾ ਦਿੱਤੀ ਉਸ ਫਕੀਰ ਨੂੰ ਲਿੱਦ, ਕਹਿੰਦੇ ਵਧੇ ਫੁੱਲੇ। ਸੋ ਸਮਾਂ ਬੀਤਦਾ ਗਿਆ। ਜਿਵੇਂ ਭਗਤ ਮਾਲ ਸਟੀਕ ਦੇ ਵਿੱਚ ਵੀ ਇਹ ਸਾਖੀ ਹੈ, ਪੜ੍ਹੀ ਹੈ, ਹੋਰ ਵੀ ਕਈ ਗ੍ਰੰਥਾਂ ਵਿੱਚ ਹੋਏਗੀ ਕਿਧਰੇ ਇਤਿਹਾਸ ਵਿੱਚ। ਅੱਜ ਰਾਜਾ ਜਾਂ ਅਜੇ ਰਾਜਾ ਵੀ ਲਿਖਿਆ, ਅੱਜ ਰਾਜਾ ਅਜੇ ਸਰੋਵੇ ਭੀਖਿਆ ਖਾਏ, ਉਹਦੀ ਇਹ ਕਹਾਣੀ ਹੈ, ਕਥਾ ਹੈ। ਤੇ ਕਹਿੰਦੇ ਬਹੁਤ ਸਮਾਂ ਬੀਤ ਗਿਆ ਤੇ ਰਾਜਾ ਜਿਹੜਾ ਇੱਕ ਦਿਨ ਨਾ ਜੰਗਲ ਦੇ ਵਿੱਚ ਸੈਰ ਕਰਨ ਗਿਆ ਜਾਂ ਸ਼ਿਕਾਰ ਕਰਨ ਗਿਆ, ਘੁੰਮਣ ਗਿਆ। ਘੁੰਮਦਾ ਘੁੰਮਦਾ ਦੇਖਿਆ ਉਸਨੇ ਵੀ ਲਿੱਦ ਦੇ ਢੇਰ ਲੱਗੇ ਪਏ ਨੇ ਤੇ ਆਸੇ ਪਾਸੇ ਕੋਈ ਤਬੇਲਾ ਨਹੀਂ ਦਿਸਦਾ। ਇੱਕ ਕੁਟੀਆ ਹੈ, ਉਹਦੇ ਵਿੱਚ ਇੱਕ ਕੋਈ ਫਕੀਰ ਰਹਿੰਦਾ ਹੈ, ਵੀ ਉਹਨੂੰ ਪੁੱਛਾਂ ਵੀ ਇੱਥੇ ਤਬੇਲੇ ਨੇ। ਫਕੀਰ ਨੂੰ ਨਮਸਕਾਰ ਕਰਕੇ ਰਾਜਾ ਕਹਿੰਦਾ ਬਈ ਫਕੀਰ ਮੈਂ ਹੈਰਾਨ ਹੋਇਆ, ਇੱਥੇ ਘੋੜਿਆਂ ਦੀ ਲਿੱਦੀ ਲਿੱਦ ਪਈ ਹੈ, ਲਿੱਦੀ ਲਿੱਦ ਪਈ ਹੈ, ਤੇ ਮੇਰੇ ਮਨ ਵਿੱਚ ਆਇਆ ਸਵਾਲ ਹੈ ਵੀ ਇੱਥੇ ਕੋਈ ਤਬੇਲਾ ਹੈ, ਘੋੜੇ ਵੇ ਇੱਥੇ ਆਉਂਦੇ ਨੇ? ਕਹਿੰਦਾ ਨਹੀਂ ਭਾਈ, ਤੇ ਫਿਰ ਇੰਨੀ ਇਹ ਲਿੱਦ ਇੱਥੋਂ ਕਿੱਥੋਂ ਆ ਗਈ? ਉਹ ਫਕੀਰ ਕਹਿੰਦਾ ਵੀ ਕਿਸੇ ਰਾਜੇ ਨੇ ਨਾ ਸਾਨੂੰ ਦਾਨ ਦਕਸ਼ਨਾ ਦੇ ਵਿੱਚ ਦਿੱਤੀ ਸੀ, ਅਸੀਂ ਬਾਹਰ ਰੱਖ ਦਿੱਤੀ
ਤੇ ਫਿਰ ਦਾਨ ਜਿਹੜਾ ਹੈ ਉਹ ਪ੍ਰਫੁੱਲਤ ਹੁੰਦਾ ਹੈ। ਜੈਸਾ ਮਰਜੀ ਕੋਈ ਕਰਮ ਕਰੇ ਉਹ ਕਰਮ ਦਾ ਬੀਜ ਪ੍ਰਫੁੱਲਤ ਹੁੰਦਾ ਹੈ। ਉਹ ਕਰਮ ਦਾ ਬੀਜ ਬਹੁਤ ਅੱਗੇ ਤੱਕ ਜਾਂਦਾ ਹੈ। ਕੋਈ ਨਾਮੀ ਹੋਵੇ ਤੇ ਕੁਲਾਂ ਨੂੰ ਤਾਰ ਦਿੰਦਾ ਹੈ, ਭਗਤ ਪੈਦਾ ਹੋਵੇ ਕੁਲਾਂ ਨੂੰ ਤਾਰ ਦਿੰਦਾ ਹੈ, ਤੇ ਕੋਈ ਕਲੰਕ ਪੈਦਾ ਹੋ ਜਾਏ ਤੇ ਪੱਗ ਨੂੰ ਦਾਗ ਲਾ ਦਿੰਦਾ ਹੈ। ਉਹਦੀ ਸਾਧ ਸੰਗਤ ਜੀ ਆਉਣ ਵਾਲੀ ਜਨਰੇਸ਼ਨ ਵੀ ਜਿਹੜੀ ਪਰੇਸ਼ਾਨ ਹੁੰਦੀ ਹੈ। ਕਈ ਸਾਡੇ ਲੀਡਰ ਨੇ, ਉਹਨਾਂ ਦੇ ਬਜ਼ੁਰਗਾਂ ਦੇ ਜਦੋਂ ਇਤਿਹਾਸ ਪੜ੍ਹੀ ਦਾ ਕਮੈਂਟ ਆਉਂਦੇ ਨੇ, ਆ ਉਹਨਾਂ ਨੇ ਕੀਤਾ ਤੇ ਬੜੇ ਹੈਰਾਨ ਹੋਈਦਾ। ਮਤਲਬ ਕਲੰਕ ਤੇ ਲੱਗ ਗਿਆ ਨਾ, ਪੱਗ ਨੂੰ ਦਾਗ ਤੇ ਲੱਗ ਗਿਆ ਨਾ, ਅਮੀਰੀ ਨੂੰ ਕੀ ਕਰਨਾ, ਵਜ਼ੀਰੀਆਂ ਨੂੰ ਕੀ ਕਰਨਾ। ਜੇ ਸਾਧ ਸੰਗਤ ਜੀ ਇੱਕ ਕਲੰਕ ਲੱਗਾ, ਉਹ ਵੀ ਐਸਾ ਦਾਗ ਜਿਹੜਾ ਨਾਮ ਮਿਟਣ ਵਾਲਾ ਹੋਵੇ। ਤੇ ਇਹ ਰਾਜੇ ਨੂੰ ਵੀ ਐਸਾ ਦਾਗ ਲੱਗਿਆ। ਕਹਿੰਦੇ ਵੀ ਇੱਕ ਰਾਜੇ ਨੇ ਇਹ ਲਿੱਦ ਦਾਨ ਕੀਤੀ ਤੇ ਹੁਣ ਇਹ ਭਾਈ ਉਹਦਾ ਸਮਾਨ ਹੈ, ਉਹਨੂੰ ਹੀ ਭੁਗਤਣਾ ਪੈਣਾ, ਉਹਨੂੰ ਹੀ ਪ੍ਰਾਪਤ ਕਰਨਾ ਪੈਣਾ, ਖਾਣੀ ਪੈਣੀ ਹੈ ਭਾਈ। ਉਹ ਰਾਜਾ ਹੱਥ ਜੋੜ ਕੇ ਹੈਰਾਨ ਹੋ ਗਿਆ। ਕਹਿੰਦਾ ਵੀ ਇਹ ਤੇ ਗੱਲ ਸੱਚੀ ਹੈ। ਕਹਿੰਦਾ ਵੀ ਉਹ ਤੇ ਰਾਜਾ ਮੈਂ ਹੀ ਹਾਂ, ਉਹ ਤੇ ਰਾਜਾ ਮੈਂ ਹੀ ਆ। ਕੀ ਇਹ ਸੱਚਮੁੱਚ ਇਦਾਂ ਹੀ ਹੋਏਗਾ? ਕਹਿੰਦੇ ਰਾਜਾ ਭਾਈ ਇਹ ਵਿਧਾਨ ਹੈ, ਵਿਧੀ ਹੈ ਵੀ ਇਸ ਕਰਕੇ ਜਿਹੜਾ ਦਾਨ ਹੈ, ਦਾਨ ਐਵੇਂ ਨਹੀਂ ਕੋਈ ਚੀਜ਼ ਲਿਖੀ ਵੀ ਦਾਨ ਐਵੇਂ ਹੀ ਹੈ, ਕੋਈ ਗੱਲਬਾਤ ਐਵੇਂ ਕੋਈ ਕਰਮ ਕਾਂਡ ਜਾਂ ਪਖੰਡ ਨਹੀਂ ਹੈ। ਇੱਕ ਤਿਲ ਜਿੰਨੀ ਚੀਜ਼ ਵੀ ਜਿਹੜੀ ਕੀਤੀ ਜਿਹੜੀ ਹੈ, ਜਦ ਲੇਖਾ ਰੱਬ ਲੇਖਾ ਲੀਜੇ ਤਿਲ ਜਿਉ ਪੀੜੀ, ਜਦ ਲੇਖਾ ਤਿਲ ਦਾ ਲੈਂਦਾ ਉਹ ਤੇ ਫਲ ਵੀ ਤੇ ਤਿਲ ਦਾ ਵੀ ਦੇਵੇਗਾ। ਇਹਨਾਂ ਕੌਡੀ ਰੱਖੀ ਦਾ ਵੀ ਫਲ ਦੇਵੇਗਾ। 1 ਰੁਪਈਆ ਰੱਖਾਂਗੇ ਤੇ ਮੇਰਾ ਬੈਂਕ ਵਿੱਚ 1 ਜਮਾ ਹੋਣਾ। ਹੁਣ ਕੋਸ਼ਿਸ਼ ਹੁੰਦੀ ਹੈ ਬੈਂਕ ਵਿੱਚ ਵੱਧ ਤੋਂ ਵੱਧ ਜਮ੍ਹਾਂ ਕਰਾਈਏ। ਫਿਰ ਗੁਰੂ ਕੋਲ ਕਿੰਨੇ ਜਮ੍ਹਾਂ ਕਰਾਣੇ ਚਾਹੀਦੇ ਨੇ? ਜਦੋਂ ਗੁਰੂ ਕੋਲ ਮੇਰੇ ਵਰਗਾ ਹੁੰਦਾ ਤੇ ਫਿਰ ਕਹਿੰਦਾ ਯਾਰ ਛੋਟਾ ਜਿਹਾ ਨੋਟ ਕੱਢਾਂ, ਧਿਆਨ ਦੇਣਾ। ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ, ਜੈ ਕਰ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ। ਜਿੱਥੇ ਅਸਲੀ ਪੂੰਜੀ ਜਮਾ ਹੁੰਦੀ ਹੈ ਉੱਥੇ ਕਹਿੰਦਾ ਥੋੜਾ ਜਿਹਾ ਹੱਥ ਘੁੱਟਦਾ ਹੈ, ਤੇ ਜਿੱਥੇ ਲੁੱਟਿਆ ਜਾਣਾ, ਵੰਡਿਆ ਜਾਣਾ, ਡਿਵਾਈਡ ਹੋ ਜਾਣਾ, ਪਤੇ ਨਹੀਂ ਕਿਨੇ ਕਿੱਦਾਂ ਚੁੱਕ ਕੇ ਲੈ ਜਾਣਾ, ਤੇ ਉਧਰ ਇਹ ਜ਼ਿਆਦਾ ਤੁਰਿਆ ਹੋਇਆ। ਤੇ ਰਾਜੇ ਨੂੰ ਕਹਿੰਦੇ ਵੀ ਇਹ ਤੇ ਕਰਮ ਹੋਣ ਭਾਈ ਭੋਗਣਾ ਪੈਣਾ। ਰਾਜਾ ਕਹਿੰਦਾ ਬਈ ਭਾਈ ਮੇਰੇ ਕੋ ਹੋ ਗਈ ਗਲਤੀ, ਮਹਾਂਪੁਰਖੋ ਕਰ ਦੋ ਮਾਫ। ਚਲੋ ਜਦੋਂ ਬੰਦਾ ਮਾਫੀ ਵੀ ਮੰਗ ਲਵੇ ਨਾ ਤਾਂ ਵੀ ਥੋੜਾ ਬਹੁਤਾ ਭਲਾ ਹੋ ਜਾਂਦਾ, ਰੱਬ ਬਖਸ਼ ਦਿੰਦਾ। ਕਹਿੰਦੇ ਫਿਰ ਰਾਜਾ ਏਦਾਂ ਕਰ, ਦਾਨ ਤੇਰਾ ਦਿੱਤਿਆ, ਜਿਹੜਾ ਦਾਨ ਹੈ ਨਾ, ਦਾਨ ਇਹ ਵਾਧਾ ਫੁੱਲਦਾ ਹੈ, ਕਰਮ ਬਣਦੇ ਨੇ। ਤੇ ਜਦੋਂ ਕੋਈ ਨਿੰਦਿਆ ਕਰਦਾ ਉਹਦੇ ਕਰਮ ਨਾ ਨਸ਼ਟ ਹੁੰਦੇ ਨੇ, ਚੰਗੇ ਕਰਮ, ਉਹਦਾ ਦਾਨ ਪੁੰਨ ਖਤਮ ਹੁੰਦਾ। ਜਿਵੇਂ ਅਸੀਂ ਇੱਕ ਪੰਗਤੀ ਪੜ੍ਹਦੇ ਆ ਨਾ ਵੀ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਨੇ ਫਲ ਭਈ ਸਭ ਸੇਵਾ। ਪਰ ਨਿੰਦਾ ਦੂਜੇ ਦੀ ਨਿੰਦਾ ਮੁਖ ਤੇ ਨਹੀਂ ਛੋਟੀ, ਨੇ ਫਲ ਭਈ ਸਭ ਸੇਵਾ। ਉਹਦੀ ਕੀਤੀ ਸੇਵਾ ਦਾਨ ਪੁੰਨ ਨਿਸਫਲ ਚਲਿਆ ਜਾਂਦਾ। ਇਹ ਗੁਰਬਾਣੀ ਦੀ ਪੰਕਤੀ ਹੈ ਜੀ। ਫਿਰ ਰਾਜਾ ਕਹਿੰਦਾ ਬਈ ਤੂੰ ਨਿੰਦਿਆ ਕਰ, ਰਾਜੇ ਨੂੰ ਫਕੀਰ ਕਹਿੰਦਾ ਬਈ ਤੂੰ ਆਪਣੀ ਨਿੰਦਿਆ ਕਰ। ਜਿਉਂ-ਜਿਉਂ ਲੋਕ ਤੇਰੀ ਨਿੰਦਿਆ ਕਰਨਗੇ ਤੇ ਨਿੰਦਿਆ ਕਰਨ ਵਾਲਾ ਗੰਦ ਖਾਂਦਾ। ਇਹ ਜਿਹੜੀ ਲਿੱਦ ਹੈ ਨਾ ਆਪੇ ਹੀ ਹੌਲੀ ਹੌਲੀ ਮੁੱਕੇਗੀ। ਕਰਮ ਉਹਨਾਂ ਨੇ ਕਰਮਾਂ ਦੀ ਫਿਲਾਸਫੀ ਦੱਸੀ ਹੈ। ਵੈਸੇ ਇੱਥੇ ਇਹ ਨਹੀਂ ਵੀ ਉਹ ਚੀਜ਼ ਜਿਹੜੀ ਹੈ ਜਾਂ ਉਹਨਾਂ ਦੇ ਕੋਲ ਪਹੁੰਚ ਗਈ, ਇੱਕ ਨੈਚੁਰਲੀ ਕੁਦਰਤੀ ਹੈ। ਜਿਵੇਂ ਸਫਲਤਾ ਅੱਖਾਂ ਦੇ ਨਾਲ ਨਾ ਦਿਸਦੀ ਤੇ ਸਫਲਤਾ ਹੁੰਦੀ ਹੈ, ਧਿਆਨ ਦੇਣਾ। ਜਿਵੇਂ ਰੱਬ ਨੂੰ ਕੋਈ ਫਕੀਰ ਮਿਲਿਆ ਹੋਏ ਨਾ, ਗੁਰੂ ਨਾਨਕ ਨਿਰੰਕਾਰ ਨੂੰ ਮਿਲੇ ਨੇ ਜਾਂ ਨਿਰੰਕਾਰ ਦਾ ਰੂਪ ਨੇ, ਉਹ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦੇ ਪਰ ਨਿਰੰਕਾਰ ਹੈ, ਉਹਨਾਂ ਨੂੰ ਮਿਲੇ ਹੋਏ ਨੇ। ਇਸੇ ਤਰ੍ਹਾਂ ਪ੍ਰੇਮ ਕਿਸੇ ਦੇ ਅੰਦਰ ਬਹੁਤ ਡਾਢਾ ਹੈ ਰੱਬ ਦੇ ਨਾਲ। ਜੇ ਕੋਈ ਕਹੇ ਵੀ ਤੇਰਾ ਬੜਾ ਡਾਢਾ ਪ੍ਰੇਮ ਹੈ, ਮੈਨੂੰ ਪ੍ਰੇਮ ਦੇ ਦਰਸ਼ਨ ਕਰਵਾਓ, ਕਹੇਗਾ ਵੀ ਪ੍ਰੇਮ ਦੇ ਦਰਸ਼ਨ ਨਹੀਂ ਹੋਵੇ, ਤੂੰ ਵੀ ਪ੍ਰੇਮ ਨੂੰ ਅਪਣਾ, ਤੂੰ ਵੀ ਪ੍ਰੇਮ ਕਮਾ ਤੇ ਤੈਨੂੰ ਵੀ ਦੀਦਾਰ ਹੋਣਗੇ। ਉਸ ਰਾਜੇ ਅੱਜ ਨੇ ਆਪਣੀ ਨਿੰਦਿਆ ਕਰਵਾਈ। ਕੀ ਕੀਤਾ? ਇੱਕ ਰੱਥ ਲੈ ਲਿਆ ਤੇ ਕਹਿੰਦੇ ਉਹ ਰੱਥ ਵਿੱਚ ਚੜ੍ਹ ਕੇ ਉਸਨੇ ਉਹਦੇ ਵਿੱਚ ਇੱਕ ਜਵਾਨ ਲੜਕੀ ਨੂੰ ਬਿਠਾ ਲਿਆ। ਇੱਕ ਉਸਨੇ ਸ਼ਰਾਬ ਦੀ ਬੋਤਲ ਲੈ ਲਈ, ਲਲਕਾਰੇ ਮਾਰ ਕੇ ਆਪਣੇ ਰਾਜ ਵਿੱਚ ਘੁੰਮਦਾ। ਲੋਕੀ ਕਹਿੰਦੇ ਦੇਖੋ ਇਹ ਰਾਜੇ ਦਾ ਚੰਗਾ ਭਲਾ ਸੀ, ਇਹਦਾ ਦਿਮਾਗ ਖਰਾਬ ਹੋ ਗਿਆ ਵੀ ਦੇਖੋ ਇਹ ਕੀ ਕਰਦਾ ਪਿਆ।
ਇਹਨੂੰ ਸੰਗ ਨਹੀਂ ਆਉਂਦੀ, ਇਹਨੂੰ ਸ਼ਰਮ ਨਹੀਂ ਆਉਂਦੀ, ਇਹ ਕੀ ਕਰਦਾ ਪਿਆ। ਰਾਜਾ ਹੋ ਕੇ ਇਦਾਂ ਦੇ ਕੰਮ ਕਰੀਦੇ ਨੇ। ਬਾਣੀ ਦੇ ਵਿੱਚ ਇੱਕ ਪੰਕਤੀ ਲਿਖੀ ਹੈ, ਜੇ ਕਿਸੇ ਦੀ ਬੁਰਾਈ ਦੇਖ ਵੀ ਲਏ, ਜੇ ਕੋਈ ਬੁਰਾ ਬੰਦਾ ਹੋਵੇ ਵੀ ਸਿੱਧ ਵੀ ਹੋ ਜਾਏ, ਤਾਂ ਵੀ ਉਹਦੇ ਵਿੱਚ ਆਪਣਾ ਜਿਹੜਾ ਹੈ ਨਾ ਉਹ ਗਵਾਹ ਨਾ ਬਣ ਜਾਈ ਵੀ ਉਹ ਬੁਰਾ। ਜਦੋਂ ਕਹਿ ਦਿੱਤਾ ਨਾ ਉਹ ਬੁਰਾ ਤੇ ਤੇਰੇ ਉਹ ਜਿਹੜਾ ਸਟੈਂਪ ਲੱਗ ਜਾਣੀ ਵੀ ਉਹ ਤੇ ਬੁਰਾ ਹੈ ਹੀ ਹੈ। ਤੈਨੂੰ ਕਿਸ ਨੇ ਹੱਕ ਦਿੱਤਾ, ਤੂੰ ਇਹ ਦੱਸ। ਤੈਨੂੰ ਤੇਰੇ ਰੱਬ ਨੇ ਹੱਕ ਦਿੱਤਾ, ਤੈਨੂੰ ਤੇਰੇ ਗ੍ਰੰਥ ਨੇ ਹੱਕ ਦਿੱਤਾ, ਤੈਨੂੰ ਤੇਰੇ ਮਤਲਬ ਗੁਰੂ ਨੇ ਹੱਕ ਦਿੱਤਾ ਭਈ ਬੁਰੇ ਨੂੰ ਬੁਰਾ ਕਹਿ। ਗੁਰੂ ਨਾਨਕ ਮਹਾਰਾਜ ਜੀ ਨੇ ਗੱਲ ਮੁਕਾਤੀ, ਕਹਿੰਦੇ ਹਮ ਨਹੀਂ ਚੰਗੇ, ਬਸ ਬੁਰਾ ਨਹੀਂ ਕੋਈ। ਬੁਰੇ ਤੇ ਸੰਸਾਰ ਵਿੱਚ ਹੈ, ਪਰ ਸਾਨੂੰ ਮੈਸੇਜ ਦੇ ਦਿੱਤਾ ਤੂੰ ਆਪਣੇ ਆਪ ਨੂੰ ਕਹਿਣਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਕਹਿੰਦਾ ਬਈ ਮੈਂ ਚੰਗਾ, ਬਾਕੀ ਸਾਰੇ ਬੁਰੇ ਆ। ਮੈਂ ਚੰਗਾ। ਬਾਣੀ ਦੀਆਂ ਪੰਕਤੀਆਂ ਨੇ, ਕਬੀਰ ਦੀ ਤੇ ਇੰਜ ਕਹਿੰਦੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਮੈਨੂੰ ਛੱਡ ਕੇ ਭਲੋ ਸਭ ਕੋਏ। ਕਹਿੰਦੇ ਜਿਨ੍ਹਾਂ ਨੇ ਏਦਾਂ ਮੰਨ ਲਿਆ ਨਾ, ਜਿਨੇ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਬੁਰੇ ਨੂੰ ਵੀ ਬੁਰਾ ਨਹੀਂ ਕਹਿਣਾ, ਬੇਸਵਾ ਨੂੰ ਵੀ ਗਲਤ ਨਹੀਂ ਕਹਿਣਾ, ਸਾਡੇ ਨਾਲੋਂ ਚੰਗੀ ਹੈ। ਇਹ ਲਿਖਿਆ ਗ੍ਰੰਥਾਂ ਦੇ ਵਿੱਚ, ਇਹ ਲਿਖਿਆ। ਇੱਕ ਕਿਸੇ ਦਾ ਹੱਕ ਖਾਣ ਵਾਲਾ, ਇੱਕ ਭ੍ਰਿਸ਼ਟਾਚਾਰ ਬੰਦਾ, ਗਰੀਬ ਦਾ ਖੂਨ ਨਿਚੋੜਨ ਵਾਲੇ ਨਾਲੋਂ ਤੇ ਬੇਸਵਾ ਚੰਗੀ ਹੈ। ਉਹ ਵੀ ਲੁੱਟ ਦਾ ਮਾਲ ਨਹੀਂ ਹੜਪਦੀ। ਇਹ ਸਭ ਕੁਝ ਕਲੀਅਰ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ। ਖੈਰ ਇਹ ਵਿਸ਼ਾ ਨਹੀਂ ਹੈ, ਮਤਲਬ ਕਹਿਣ ਦਾ ਵੀ ਰਾਜਾ ਅੱਜ ਜਿਹੜਾ ਹੈ ਉਹ ਇਸੇ ਤਰ੍ਹਾਂ ਕਰ ਰਿਹਾ ਹੈ। ਤੇ ਫਿਰ ਸਾਰਾ ਕੁਝ ਜਦੋਂ ਹੋ ਗਿਆ, ਮੁੜ ਕੇ ਚਲਾ ਗਿਆ ਮਹਾਂਪੁਰਖਾਂ ਦੇ ਕੋਲ। ਜਦੋਂ ਦੇਖਿਆ ਵੀ ਲਿੱਦ ਦੇ ਸਾਰੇ ਹੀ ਢੇਰ ਖਤਮ ਹੋ ਗਏ ਤੇ ਓਨੀ ਕੁ ਰਹਿ ਗਈ ਜਿੰਨੀ ਕੁ ਉਸ ਮਹਾਂਪੁਰਖ ਨੂੰ ਦਾਨ ਵਿੱਚ ਦਿੱਤੀ ਸੀ। ਕਹਿੰਦੇ ਮਹਾਂਪੁਰਖੋ ਆ ਕੀ ਬਚ ਗਿਆ? ਕਹਿੰਦੇ ਬਈ ਗੱਲ ਸੁਣ ਰਾਜਾ, ਵੀ ਸਾਰੇ ਨਿੰਦਕ ਨਹੀਂ ਹੁੰਦੇ, ਕੋਈ ਰੱਬ ਦਾ ਪਿਆਰਾ ਵੀ ਹੁੰਦਾ। ਹੈਨ ਵਿਰਲੇ ਨਾਹੀ ਕਨੇ ਫੈੜ ਫਕੜ ਸੰਸਾਰ, ਨਾਨਕ ਕੋਟਨ ਮੈਂ ਕਹੂ ਨਾਰਾਇਣ ਜੈ ਚੀਤ। ਉਹ ਕਹਿੰਦਾ ਵੀ ਉਸਨੇ ਇੱਕ ਰੱਬ ਦਾ ਪਿਆਰਾ, ਉਹਨੇ ਤੇਰੀ ਨਿੰਦਿਆ ਨਹੀਂ ਕੀਤੀ। ਉਹ ਕਹਿੰਦਾ ਬਈ ਮੈਨੂੰ ਕੀ ਜ਼ਰੂਰਤ ਹੈ ਵੀ ਜੇ ਚੰਗਾ ਕੋਈ ਕੰਮ ਕਰਦਾ ਹੈ ਆਪਣੇ ਲਈ ਕਰਦਾ ਹੈ, ਮਾੜਾ ਕਰਦਾ ਆਪੇ ਲਈ ਨਹੀਂ ਕਰਦਾ, ਮੈਂ ਕਿਉਂ ਉਹਦੀ ਨਿੰਦਿਆ ਕਰਾਂ? ਮੈਂ ਕਿਉਂ ਨਿੰਦਿਆ ਕਰਾਂ ਭਾਈ? ਮੈਂ ਨਹੀਂ ਕਰਨੀ। ਤੇ ਰਾਜਾ ਉਸ ਰੱਬ ਦੇ ਪਿਆਰੇ ਕੋਲ ਚਲਾ ਗਿਆ। ਕਹਿੰਦਾ ਤੂੰ ਵੀ ਮੇਰੀ ਨਿੰਦਿਆ ਕਰਦੇ। ਉਹ ਕਹਿੰਦਾ ਰੱਬ ਦਾ ਪਿਆਰਾ ਰਾਜਨ, ਤੇਰਾ ਕਰਮ ਹੈ, ਤੂੰ ਹੀ ਭੋਗ, ਤੇਰੀ ਲਿਦ ਮੈਂ ਕਿਉਂ ਖਾਵਾਂ? ਭਾਈ ਤੂੰ ਆਪਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਵੇ ਤੂੰ ਜਾਣਦੇ, ਤੇਰਾ ਕੰਮ ਜਾਣੇ, ਮੈਂ ਤੇਰਾ ਭਾਰ ਆਪਣੇ ਸਿਰ ਤੇ ਨਹੀਂ ਲੈਣਾ। ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਾ ਇਸ ਤਰ੍ਹਾਂ ਦੀ ਹੈ ਜਿਵੇਂ ਬੇੜੇ ਵਿੱਚ ਛੇਕ ਹੋਣ। ਨਿੰਦਾ ਏਦਾਂ ਨੁਕਸਾਨ ਕਰਦੀ ਹੈ ਜਿਵੇਂ ਕਿਸੇ ਦੇ ਕੋਈ ਬੇੜਾ ਹੋਵੇ ਤੇ ਬੇੜੇ ਵਿੱਚ ਛੇਕ ਹੋਣ ਤੇ ਉਹਦੇ ਵਿੱਚ ਪਾਣੀ ਵੜ ਜਾਏ ਤੇ ਬੇੜਾ ਡੁੱਬ ਜਾਂਦਾ। ਤੇ ਜਿਸ ਦੀ ਜ਼ਿੰਦਗੀ ਦੇ ਵਿੱਚ ਇਹ ਬੁਰਾਈ ਹੈ, ਮਹਾਰਾਜ ਜੀ ਕਹਿੰਦੇ ਉਹ ਲੰਘ ਹੀ ਨਹੀਂ ਪਾਉਂਦਾ, ਉਹ ਇੰਨਾ ਕੁ ਭਾਰ ਸਿਰ ਤੇ ਚੁੱਕ ਲੈਂਦਾ। ਹਰੂਏ ਤਿਰ ਗਏ ਡੁੱਬੇ ਜਿਨ ਸਿਰ ਭਾਰ। ਇਸ ਕਰਕੇ ਉਹ ਰਾਜੇ ਨੂੰ ਫਿਰ ਮਹਾਂਪੁਰਖ ਕਹਿੰਦੇ ਭਾਈ ਹੁਣ ਆ ਜਿਹੜੀ ਤੂੰ ਦਾਨ ਕੀਤੀ ਹੈ ਨਾ, ਇਹ ਤੇ ਤੈਨੂੰ ਹੁਣ ਖਾਣੀ ਪੈਣੀ ਹੈ, ਜਿਵੇਂ ਮਰਜ਼ੀ ਇਹਨੂੰ ਲੈ ਜਾ, ਤੇਰਾ ਦਾਨ ਹੈ, ਤੂੰ ਹੀ ਭੁਗਤ। ਇਹ ਸਾਖੀ ਦੇ ਵਿੱਚੋਂ ਦੋ ਪ੍ਰਮਾਣ ਮਿਲਦੇ ਨੇ, ਦਾਨ ਦਿੱਤਾ ਜਾਵੇ ਚੰਗਾ। ਫਿਰ ਮੇਰੀ ਗੱਲ ਆ ਜਾਂਦੀ, ਸਿੱਧੀ ਜਿਹੀ ਗੱਲ ਆ ਜਾਂਦੀ ਹੈ, ਲੋਕਾਂ ਨੂੰ ਚੰਗੀ ਨਹੀਂ ਲੱਗਦੀ। ਦਾਨ ਦੇਣਾ ਚਾਹੀਦਾ ਸਾਫ਼ ਸੁਥਰਾ, ਨੋਟ ਪਾਣਾ ਚਾਹੀਦਾ ਗੁਲਕ ਵਿੱਚ ਸਾਫ਼ ਸੁਥਰਾ। ਜੇ ਕੋਈ ਚੀਜ਼ਾਂ ਲਿਆਣੀਆਂ ਚਾਹੀਦੀਆਂ, ਆ ਦੇਖ ਲਿਓ ਮਾੜਾ ਜਿਹਾ ਬਾਹਰ ਆਟੇ ਦਾ ਚੌਲ ਪਏ ਹੋਏ ਨੇ, ਇੱਕ ਵਾਰੀ ਢੱਕਣ ਚੱਕ ਕੇ ਨਿਗਾਹ ਮਾਰ ਲਿਓ, ਛਾਨਣਾ ਪੈਂਦਾ। ਗੁਸਤਾਖੀ ਮਾਫ। ਮੈਂ
ਦਲੀਲ ਦੇ ਨਾਲ ਹਮੇਸ਼ਾ ਵਿਚਾਰ ਕਰਦਾ ਹੁੰਨਾ ਵੀ ਬਾਤ ਚੱਲੀ ਹੈ ਵੀ ਜਿੱਦਾਂ ਦਾ ਦਾਨ ਦਿੱਤਾ ਮਿਲਣਾ ਉਦਾਂ ਦਾ ਹੀ ਹੈ। ਮੈਂ ਵਿਦਵਾਨਾਂ ਕੋਲ ਸੁਣਿਆ, ਮੈਂ ਉਹ ਕਹਿੰਦੇ ਨੂੰਹ ਚਲੀ ਗਈ, ਕਹਿੰਦੇ ਵੀ ਹੁਣ ਸਹੁਰੇ ਘਰ ਵਿਆਹੀ ਗਈ ਨਾ, ਬਾਪੂ ਸੀ ਅੜਬ ਸਹੁਰਾ ਮਤਲਬ, ਤੇ ਉਹ ਨੂੰਹ ਸੀ ਧਾਰਮਿਕ ਖਿਆਲਾਂ ਵਾਲੀ। ਉਹਨੇ ਜਦੋਂ ਕੋਈ ਫਕੀਰ ਮੰਗਦਾ ਹੋਣਾ ਉਹਨੇ ਥਾਲੀ ਭਰਨੀ ਆਟੇ ਦੀ ਦਾਣਿਆਂ ਦੀ ਤੇ ਚੱਲ ਉਹਦੀ ਝੋਲੀ 'ਚ ਪਾ ਦੇਣੀ। ਉਹ ਕਹਿੰਦਾ ਬਾਪੂ ਕਹਿੰਦਾ ਧੀਏ ਨੂੰਹ ਐ ਤੂੰ ਤੇ ਕਰ ਦੇਂਗੀ ਭੜੋਲੇ ਸਾਡੇ ਖਾਲੀ, ਇੰਜ ਨਾ ਕਰਿਆ ਕਰ ਹਿਸਾਬ ਨਾਲ। ਕਹਿੰਦੀ ਕੋਈ ਨਹੀਂ ਬਾਪੂ ਜੀ ਹਿਸਾਬ ਨਾਲ ਕਰ ਦਿਆ ਕਰਾਂਗੇ। ਉਹ ਹਿਸਾਬ ਨਾਲ ਪਾਉਣ ਲੱਗ ਪਈ। ਕਹਿੰਦਾ ਵੀ ਗੱਲ ਨਹੀਂ ਠੀਕ, ਤੂੰ ਏਦਾਂ ਕਰ, ਉਹ ਜਿਹੜੇ ਨੁੱਕਰ 'ਚ ਇੱਕ ਡਰਮ ਪਿਆ ਨਾ ਉਹਦੇ ਵਿੱਚ ਛੱਟਣ ਪਿਆ, ਜਿਹੜਾ ਮਤਲਬ ਵਾਧੂ ਬਚ ਜਾਂਦਾ ਜਾਂ ਥੋੜਾ ਖਰਾਬ ਕਹਿ ਲਈਏ, ਜਿਹੜਾ ਆਪਣੀ ਵਰਤੋਂ ਦੇ ਵਿੱਚ ਨਹੀਂ, ਕੋਈ ਡੰਗਰਾਂ ਨੂੰ ਪਾ ਦੇ, ਕੋਈ ਪੰਛੀਆਂ ਨੂੰ ਪਾ ਦੇ। ਕਹਿੰਦਾ ਉਹਦਾ ਨਾ ਉਹ ਚੀਜ਼ ਜਿਹੜੀ ਹੈ ਨਾ ਉਹ ਪਾ ਦਿਆ ਕਰ, ਉਹ ਸਾਡੇ ਕਿਹੜੀ ਕੰਮ ਦੀ ਹੈ। ਇਹ ਨੋਟ ਸਾਡੇ ਕੋਲ ਕਿਹੜਾ ਲੱਗਣਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿਓ। ਵੈਸੇ ਬਾਬੇ ਨਾਨਕ ਨਾਲ ਸਾਡਾ ਬੜਾ ਗੂੜਾ ਪਿਆਰ ਹੈ। ਕੰਜਰਾਂ ਦੇ ਉੱਪਰੋਂ ਵਾਰਨ ਦੇ ਲਈ ਗੁਸਤਾਖੀ ਮਾਫ, ਉਹਨਾਂ ਲੋਕਾਂ ਦੇ ਉੱਪਰ ਜਿਹੜੇ ਇੱਜ਼ਤਾਂ ਰੋਲਦੇ ਨੇ, ਨੰਗੇ ਹੋ ਕੇ ਸਟੇਜਾਂ ਤੇ ਨੱਚਦੇ ਨੇ, ਉਹਨਾਂ ਦੇ ਲਈ ਦੁਕਾਨਾਂ ਤੋਂ 100-200 ਰੁਪਈਆ ਵੱਧ ਦੇ ਕੇ 1000 ਦੀ ਦਥੀ ਲੈ ਕੇ ਆਉਂਦਾ। ਉੱਥੇ ਕੋਈ ਪੁਰਾਣਾ ਨੋਟ ਨਹੀਂ, ਕੋਈ ਪੁਰਾਣਾ ਨੋਟ ਨਹੀਂ। ਤੇ ਜਿੱਥੇ ਇੱਥੇ ਸਾਨੂੰ ਹਰ ਵਾਰੀ ਨੋਟ ਸੁੱਟਣੇ ਪੈਂਦੇ ਨੇ। ਉਹ ਮੈਂ ਕੱਲ ਪਰਸੋਂ ਥੱਲੇ ਗਿਆ, ਮੈਂ ਕਿਹਾ ਭਾਈ ਮੈਨੂੰ ਦਹੀਂ ਦੇ ਦੇ। ਗੱਲਾਂ ਵਿਚਾਰ ਚੋਂ ਵਿਚਾਰ ਨਿਕਲਦੀ। ਕਹਿੰਦਾ ਬਾਬਾ ਜੀ ਇਹ ਨੋਟ ਨਹੀਂ ਲੱਗਣਾ। ਮੈਂ ਕਿਹਾ ਤੁਸੀਂ ਦਿੱਤਾ, ਮੈਂ ਕਿੱਥੇ ਜਾਵਾਂ ਬਈ ਲੈ ਕੇ। ਉਹ ਹੱਸ ਪਿਆ। ਮੈਂ ਕਿਹਾ ਮੈਂ ਤੇ ਇੱਕ ਦਲੀਲ ਦੀ ਗੱਲ ਕਰਦਾ। ਮੈਂ ਕਿਹਾ ਏਦਾਂ ਹੁੰਦਾ, ਹੁਣ ਤੂੰ ਨਹੀਂ ਨਾ ਲਿਆ ਤੇ ਫਿਰ ਅਸੀਂ ਸਾਡੇ ਵਾਸਤੇ ਰੱਖੇ ਨੇ, ਗੁਰਦੁਆਰੇ ਵਾਸਤੇ ਰੱਖੇ ਨੇ ਵੀ ਉਹ ਕਿੱਥੇ ਲਾਣ। ਇਸ ਕਰਕੇ ਭਾਈ ਉਹ ਫਿਰ ਜਿਹੜੀ ਨੂੰਹ ਸੀ ਨਾ ਇੱਕ ਦਿਨ ਕਹਿੰਦੀ ਹੈ ਵੀ ਇਹਨੂੰ ਬਾਪੂ ਨੂੰ ਸਮਝਾਣਾ। ਉਹਨੇ ਨਹੀਂ ਉਹ ਜਿਹੜਾ ਭੈੜਾ ਸਮਾਨ ਪਿਆ ਸੀ ਜਾਂ ਦਾਣੇ ਪਏ ਸੀ ਕਿਸੇ ਫਕੀਰ ਨੂੰ ਨਹੀਂ ਪਾਏ। ਉਹਨੇ ਇੱਕ ਦਿਨ ਉਹ ਚੱਕੀ ਦੇ ਵਿੱਚ ਪੀਸ ਕੇ ਨਾ ਦਾਣੇ ਤੇ ਉਸ ਆਟੇ ਦੀ ਰੋਟੀ ਖਵਾਈ। ਉਹ ਥੁੱਕਦਾ ਫਿਰੇ, ਸੁੱਟਦਾ ਫਿਰੇ ਸਹੁਰਾ। ਕਹਿੰਦਾ ਇਹ ਕੀ ਤੂੰ ਲਈ ਐ, ਇਹ ਤੇ ਕੌੜੀ ਐ। ਕਹਿੰਦੀ ਬਾਪੂ ਫਿਰ ਯਾਦ ਰੱਖ ਇਹ ਜਿਹੜਾ ਚੀਜ਼ ਹੈ ਨਾ ਹੁਣ ਹੀ ਫਿਰ ਜੇ ਕੌੜੀ ਲੱਗਦੀ ਹੈ ਤੇ ਇਹ ਅੱਗੇ ਜਾ ਕੇ ਵੀ ਤੈਨੂੰ ਇਹ ਕੌੜੀ ਖਾਣੀ ਪੈਣੀ ਹੈ। ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ। ਇਸ ਕਰਕੇ ਜਿਵੇਂ ਦਾ ਦਾਨ ਦੇਵਾਂਗੇ, ਰਾਜੇ ਨੇ ਲਿੱਧ ਦਾਨ ਕੀਤੀ ਤੇ ਉਹਨੂੰ ਉਹਦੇ ਬਦਲੇ ਕੀ ਮਿਲਿਆ ਤੇ ਉਹਦਾ ਕਰਮ ਬਣ ਗਿਆ, ਉਹਨੂੰ ਭੁਗਤਣਾ ਪਿਆ। ਇਸ ਕਰਕੇ ਕਿਸੇ ਨੂੰ ਵੀ ਅਸੀਂ ਤੇ ਸਤਿਪੁਰਖਾਂ ਦੀ ਸੰਗਤ ਕੀਤੀ, ਸੁਣਿਆ ਜਿਹੜੀ ਥਾਲੀ ਵਿੱਚ ਸਾਡਾ ਪੁੱਤ ਰੋਟੀ ਖਾਂਦਾ ਹੈ ਨਾ ਉਹਦੇ ਵਿੱਚ ਹੀ ਸਾਡੇ ਘਰ ਦਾ ਭਈਆ, ਸਾਡਾ ਕੰਮ ਹੀ ਕਹਿ ਲਈਏ, ਸੀਰੀ ਕਹਿ ਲਈਏ, ਮਾਲਵੇ ਵਿੱਚ ਸੀਰੀ ਕਹਿੰਦੇ ਨੇ ਜਿਹੜਾ ਕੰਮ ਕਰਦਾ, ਉਹਨੂੰ ਵੀ ਉਹੀ ਚੀਜ਼ ਦੇਣੀ ਚਾਹੀਦੀ। ਜੇ ਮੱਖਣ ਘਿਓ ਆਪਣੇ ਪੁੱਤ ਦੀ ਥਾਲੀ ਵਿੱਚ ਰੱਖਿਆ ਜਾਂਦਾ ਤੇ ਜੇ ਕਿਸੇ ਨੇ ਇਸ ਤਰ੍ਹਾਂ ਦਾ ਵਿਤਕਰਾ ਕਰ ਲਿਆ ਤੇ ਬਰਕਤ ਨਹੀਂ ਰਹੇਗੀ ਉਹਦੇ ਘਰ ਵਿੱਚ। ਸਗੋਂ ਆਪ ਘੱਟ ਖਾ ਲਵੇ ਤੇ ਦੂਜੇ ਨੂੰ ਵਧੀਆ ਖਵਾਵੇ, ਆਪ ਮਾੜਾ ਪਹਿਨ ਲਵੇ ਤੇ ਦੂਜੇ ਨੂੰ ਚੰਗਾ ਉਹ ਜਿਹੜਾ ਦੇਵੇ, ਉਹ ਚੰਗਾ ਦੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਨਿੱਕੀਆਂ ਟਿੱਕੀਆਂ ਪਰ ਸਾਨੂੰ ਮੈਸੇਜ ਦਿੰਦੀਆਂ ਨੇ। ਹੁਣ ਮੈਂ ਫਿਰ ਇੱਕ ਗੱਲ ਕਰਦੇ ਆ, ਕਿਸੇ ਨੇ ਕਹਿਣਾ ਚੰਗੀ ਤਾਂ ਨਹੀਂ ਲੱਗਦੀ ਪਰ ਲੋਕਾਂ ਤੱਕ ਮੈਸੇਜ ਆਉਣਾ ਚਾਹੀਦਾ। ਇਸ ਗੁਲਕਾਂ ਦੇ ਵਿੱਚ ਮੈਲੇ ਨੋਟ ਲੋਕੀ ਪਾਉਂਦੇ ਨੇ, ਗਲਤ ਗੱਲ ਹੈ। ਮੈਂ ਇੱਕ ਦਿਨ ਦੇਖਿਆ ਕੀਰਤਨ ਮੈਂ ਕਰਦਾ ਪਿਆ, ਕਿਸੇ ਨੇ 200 ਦਾ ਨੋਟ ਰੱਖਿਆ। ਮੈਂ ਹੁਣ ਸਾਹਮਣੇ ਕੀ ਕਹਿਣਾ, ਜੇ ਕਹਿ ਦਿੱਤੇ ਉਹਨੇ ਕਹਿਣਾ ਅਸੀਂ ਗੁਰਦੁਆਰਾ ਛੱਡ ਦੇਣਾ। ਇਹੀ ਗੱਲ ਹੈ ਸਭ ਤੋਂ ਵੱਡੀ ਗੱਲ। ਆਹ ਪਤਾ ਨਹੀਂ ਕੀ ਕੰਮ ਫੜਿਆ, ਉਹ ਬੀਬੀ ਫੜੇ ਤੇ ਚਿੱਟੇ ਨੋਟ ਜਿੰਨੇ ਉਹਨੇ ਵਿੱਚੋਂ ਚੱਕ ਲਏ। ਮੇਰਾ ਦਿਲ ਕਰੇ ਹੁਣ ਕਹਿ ਦਿਆਂ ਪਰ ਫਿਰ ਮੈਂ ਕਹਿਣਾ ਕੋਈ ਪਿੱਛੇ ਬੈਠੇ ਉਹਨੇ ਕਹਿਣਾ ਬਾਬਾ ਜੀ ਤੁਹਾਡਾ ਧਿਆਨ ਪੈਸਿਆਂ ਵੱਲ ਹੈ। ਪੈਸਿਆਂ ਵੱਲ ਧਿਆਨ ਨਹੀਂ ਹੁੰਦਾ, ਪਰ ਜੋ ਕੁਝ ਕੋਈ ਕਰਦਾ ਹੈ ਸਾਰੇ ਪਾਸੇ ਧਿਆਨ ਰੱਖਣਾ ਪੈਂਦਾ ਹੈ। ਤੇ ਉਹ ਚੁੱਪ ਕਰਕੇ ਜਿੰਨੇ ਉਹ ਸਾਫ਼ ਲੈ ਗਈ ਤੇ ਬਾਅਦ ਦੇ ਵਿੱਚ ਕੋਈ ਆਉਂਦਾ ਤੇ ਉਹ ਛੜੇ ਪਾਈ ਜਾਂਦਾ। ਫਿਰ ਮੇਰਾ ਮਨ ਕਹਿਣ ਨੂੰ ਕੀਤਾ, ਮੈਂ ਉਦੋਂ ਰੁਕ ਗਿਆ। ਚਲੋ ਜਦੋਂ ਕੋਈ ਸਮਾਂ ਬਣਿਆ ਕਵਾਂਗੇ ਤਰੀਕੇ ਦੇ ਨਾਲ। ਹੁਣ ਮੈਂ ਕਹਿ ਦਿੱਤਾ, ਥੋੜੀ ਬਹੁਤੀ ਤੇ ਮੈਸੇਜ ਆਏਗਾ। ਫਿਰ ਲੋਕੀ ਕਹਿ ਦਿੰਦੇ ਨੇ ਵੀ ਇਹ ਗੱਲਾਂ ਇਦਾਂ ਦੀਆਂ ਕਰਦੇ ਨੇ। ਮੇਰੇ ਕੋਲ ਸਬੂਤ ਨੇ, ਕੈਮਰੇ ਲੱਗੇ ਹੋਏ ਨੇ, ਅਜੇ 5-4 ਦਿਨ ਦੀ ਗੱਲ ਹੈ। ਇਸ ਕਰਕੇ ਬਈ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਅਸੀਂ ਦਾਨ ਕਰਨਾ, ਗੁਰੂ ਘਰ ਦੇਣਾ, ਚੰਗੀ ਚੀਜ਼ ਦਈਏ। ਜੇ ਆਟਾ ਲਿਆਣਾ ਤੇ ਜਿੱਦਾਂ ਦੀ ਰੋਟੀ ਘਰ ਖਾਈਦੀ ਹੈ ਨਾ ਉਦਾਂ ਦੀ ਚੀਜ਼ ਲਿਆਈਏ। ਇਹ ਨਹੀਂ ਵੀ ਕੀੜੀਆਂ ਨਾਲ ਭਰੀ ਖੰਡ ਇੱਥੇ ਬਾਬੇ ਦੇ ਘਰ ਰੱਖ ਜਾਈਏ ਤੇ ਘਰ ਐਨ ਵਧੀਆ।
ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ। ਇਹ ਮੈਂ ਗਲਤ ਨਹੀਂ ਕਹਿੰਦਾ, ਗੁਰੂ ਦੀ ਹਜ਼ੂਰੀ ਜੇ ਮੈਂ ਗਲਤ ਕਵਾਂ ਤੇ ਗੁਰੂ ਸਜ਼ਾ ਦੇਵੇ। ਇਹ ਫਿਰ ਚੀਜ਼ਾਂ ਜਿਹੜੀਆਂ ਨੇ ਗਲਤ ਕਰਾਂਗੇ, ਗਲਤ ਪੈਸੇ ਪਾਵਾਂਗੇ, ਪਾਟੇ ਨੋਟ ਨਕਲੀ ਨੋਟ ਪਾਵਾਂਗੇ ਤੇ ਫਿਰ ਉਹੀ ਕੁਝ ਮਿਲਣਾ ਹੈ। ਤੇ ਪੰਕਤੀ ਚੱਲ ਰਹੀ ਸੀ, ਨਿੰਦਕ ਡੂਬਾ ਹਮ ਉਤਰੇ ਪਾਰ। ਭਗਤ ਕਬੀਰ ਜੀ ਕਹਿੰਦੇ ਬਈ ਨਿੰਦਕ ਜਿਹੜਾ ਉਹ ਡੁੱਬ ਗਿਆ, ਸਾਨੂੰ ਤੇ ਪਾਰ ਉਸਨੇ ਲੰਘਾ ਦਿੱਤਾ, ਪਰ ਉਹਦਾ ਬੇੜਾ ਡੁੱਬ ਗਿਆ, ਉਹਦਾ ਬੇੜਾ ਡੁੱਬ ਗਿਆ, ਕਿਉਂਕਿ ਉਸਨੇ ਜ਼ੁਬਾਨ ਤੇ ਕਾਬੂ ਨਹੀਂ ਪਾਇਆ। ਜਦੋਂ ਸਤ ਸੰਗਤ ਨਹੀਂ ਕਰਨੀ, ਜਦੋਂ ਸਾਧ ਸੰਗਤ ਜੀ ਕੋਈ ਸਤ ਸੰਗਤ ਨਾ ਕਰੇ, ਬਾਣੀ ਪੜ੍ਹੇ ਨਾ, ਤੇ ਉਹਦੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਭੈੜੀਆਂ ਦਾ ਆਉਣਾ ਨੈਚੁਰਲੀ ਹੈ। ਧਿਆਨ ਦੇਣਾ, ਭੈੜੀਆਂ ਚੀਜ਼ਾਂ ਆਉਣੀਆਂ ਨੈਚੁਰਲੀ ਨੇ। ਤੇ ਜਿਹੜਾ ਸਤ ਸੰਗੀ ਹੈ ਉਹ ਹਟ ਜਾਂਦਾ, ਉਹ ਹੌਲੀ ਹੌਲੀ ਮਾੜੀਆਂ ਚੀਜ਼ਾਂ ਨੂੰ ਹਟਾ ਦਿੰਦਾ, ਘਟਾ ਦਿੰਦਾ, ਤੇ ਉਹਦਾ ਭਲਾ ਹੋ ਜਾਂਦਾ। ਉਹ ਨਿੰਦਿਆ ਤੋਂ ਵੀ ਬਚ ਜਾਂਦਾ, ਮਾੜੀ ਸੰਗਤ ਤੋਂ ਵੀ ਬਚ ਜਾਂਦਾ, ਉਹ ਆਪਣੀ ਗਲੀ ਬਦਲ ਲੈਂਦਾ। ਭਗਤ ਕਬੀਰ ਜੀ ਕਹਿੰਦੇ ਆਪਣਾ ਰਸਤਾ ਬਦਲ ਲੈ, ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਜਿਹਦੀ ਜ਼ੁਬਾਨ ਚੰਗੀ ਨਹੀਂ ਉਹਦੇ ਕੋਲ ਬਹੁਤਾ ਬੈਠੋ ਨਾ। ਭਗਤ ਜੀ ਕਹਿੰਦੇ ਨੇ, ਮੈਂ ਨਹੀਂ ਕਹਿੰਦਾ ਉਹਦੀ ਗਲੀ ਵਿੱਚ ਵੀ ਨਾ ਵੜੋ, ਸਾਗਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਦੂਰੋਂ ਕਿ ਸਤਿ ਸ੍ਰੀ ਅਕਾਲ ਭਾਈ, ਉਹ ਕਹੇ ਰੁਕੀ ਕਿ ਭਰਾਵਾ ਮੈਨੂੰ ਕੰਮ ਹੈ। ਜਦ ਪਤਾ ਵੀ ਇਹਦਾ ਕੰਮ ਹੀ ਹੈ, ਬੋਲੇਗਾ ਤੇ ਕੁਫਰ ਤੁਲੇਗਾ, ਚੰਗਾ ਭਾਈ ਰਾਜੀ ਰਹੋ, ਮੈਂ ਤੇ ਜਾਵਾਂ, ਮੇਰੀ ਕਵਾਈ ਨੂੰ ਨਾ ਲੁੱਟ ਲਈ ਭਰਾਵਾ। ਮੈਂ ਗੁਰੂ ਘਰੋਂ ਆਇਆ ਮੱਥਾ ਟੇਕ ਕੇ, ਮੈਨੂੰ ਚੁਗਲੀ ਨਾ ਸੁਣਾ ਦੇਈ ਰਾਹ 'ਚ ਜਾਂਦੇ ਨੂੰ ਜਾਂ ਜਾਂਦੀ ਨੂੰ, ਮੇਰੀ ਕਮਾਈ ਨਾ ਖਰਾਬ ਕਰੀ। ਬੜੀ ਮੁਸ਼ਕਲ ਨਾਲ ਤੇ ਜੀਵਨ ਮਿਲਿਆ, ਬੜੀ ਮੁਸ਼ਕਲ ਨਾਲ ਤੇ ਸਾਹ ਚੱਲ ਰਹੇ ਨੇ, ਉਹ ਵੀ ਸਾਹਾਂ ਨੂੰ ਤੂੰ ਲੁੱਟ ਕੇ ਲੈ ਜੇ। ਆਪ ਤੇ ਤੂੰ ਡੁੱਬਿਆ, ਮੈਨੂੰ ਵੀ ਆਪਣੇ ਵੇਲੇ 'ਚ ਭਾਲ ਲੈ ਨਾ ਭਰਾ। ਤੈਨੂੰ ਤੇਰੀ ਸੋਚ ਮੁਬਾਰਕ, ਤੂੰ ਕਿਸੇ ਦੀ ਬੁਰਾਈ ਕਰਨੀ ਕਰੀ ਜਾ, ਮੈਂ ਨਹੀਂ ਸ਼ਾਮਲ ਹੋਣਾ। ਸੋ ਖੈਰ ਸਾਧ ਸੰਗਤ ਜੀ, ਅੱਜ ਦਾ ਵਿਚਾਰ ਸੀ ਭਗਤ ਕਬੀਰ ਜੀ ਦਾ। ਸੋ ਨਿੰਦਕ ਦੇ ਬਾਰੇ, ਸੋ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਤੁਸੀਂ ਕਿਸੇ ਦੀ ਪ੍ਰਸ਼ੰਸਾ ਕਰੋ, ਇੰਨਾ ਤੁਹਾਡਾ ਉਹ ਸਤਿਕਾਰ ਕਰੇਗਾ, ਇੰਨੀ ਤੁਹਾਡੀ ਇੱਜ਼ਤ ਕਰੇਗਾ ਨਾ, ਉਹ ਤੁਹਾਨੂੰ ਮੈਂ ਕਿਹਾ ਪਲਕਾਂ ਤੇ ਬਿਠਾਏਗਾ। ਜੇ ਕਿਸੇ ਨੂੰ ਤੁਸੀਂ ਬੁਰਾ ਬੋਲੋਗੇ ਨਾ, ਉਹ ਬੰਦਾ ਤੁਹਾਡੇ ਤੋਂ ਚੰਗਾ ਬੰਦਾ ਵੀ ਜਿਹੜਾ ਹੋਵੇ ਨਾ, ਚੰਗਾ ਬੰਦਾ ਵੀ ਹੋਵੇ ਨਾ, ਉਹ ਤੁਹਾਡੇ ਤੋਂ ਦੂਰ ਹੋ ਜਾਏਗਾ, ਬਹੁਤ ਦੂਰ ਹੋ ਜਾਏਗਾ। ਚੰਗੇ ਬੰਦਿਆਂ ਨੂੰ ਦੂਰ ਨਹੀਂ ਕਰੇਗਾ, ਚੰਗੇ ਬੰਦਿਆਂ ਨੂੰ ਦੂਰ ਨਹੀਂ ਕਰੀਦਾ, ਚੰਗੇ ਬੰਦਿਆਂ ਨੂੰ ਲਾਗੇ ਕਰੀਦਾ। ਕੌੜਾ ਬਚਨ ਨਹੀਂ ਬੋਲੀਦਾ, ਕੌੜਾ ਬਚਨ ਬੋਲ ਕੇ ਕਿਸੇ ਨੂੰ ਦੂਰ ਨਹੀਂ ਕਰੀਦਾ। ਹੋਵੋ ਇਕੱਤਰ, ਦੇਖੋ ਬਾਣੀ ਵੀ ਕੀ ਕਹਿੰਦੀ ਹੈ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਮਹਾਰਾਜ ਜੀ ਕਹਿੰਦੇ ਇਕੱਠੇ ਹੋ ਕੇ ਭਾਈ ਬੈਠੀ ਦਾ, ਦੂਰ ਨਹੀਂ ਜਾਈਦਾ। ਬਾਣੀ ਵਿੱਚ ਕਿਹੜੀ ਗੱਲ ਦਾ ਜਵਾਬ ਨਹੀਂ। ਸੋ ਗੁਰੂ ਮਿਹਰ ਕਰੇ ਸ਼ਬਦ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ, ਤੇ ਜਿਹੜੀਆਂ ਸਾਡੇ ਵਿੱਚ ਕਮੀਆਂ ਨੇ ਭਾਈ, ਉਹ ਕਮੀਆਂ ਨੂੰ ਅਸੀਂ ਦੂਰ ਕਰੀਏ। ਮੇਰੇ ਵਿੱਚ ਵੀ ਬਹੁਤ ਕਮੀਆਂ ਨੇ, ਦੂਰ ਕਰ ਰਹੇ ਹਾਂ। ਤੇ ਜੇ ਕਿਸੇ ਵਿੱਚ ਕਿਸੇ ਨੂੰ ਲੱਗਦੀ ਉਹ ਵੀ ਦੂਰ ਕਰੇ, ਤੇ ਇੱਕ ਦਿਨ ਚੰਗੇ ਹੋ ਜਾਵਾਂਗੇ, ਤੇ ਚੰਗੇ ਆਪਣੇ ਮਾਲਕ ਚੰਗੇ ਵਿੱਚ ਮਿਲ ਜਾਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।